ਸਾਡੇ ਤੇ ਜਿਹੜੇ ਗੁਰੂ ਸੀ ਉਹ ਖੁਦ ਕਾਮਰੇਡੀ ਵਿਚਾਰਾਂ ਦੇ ਸੀ। ਗੁਰੂ ਨਾਨਕ ਤੋਂ ਵੱਡਾ ਕਾਮਰੇਡ ਕੌਣ ਹੋ ਸਕਦਾ? ਅਸੀਂ ਨਾ ਕਿਸੇ ਆਗੂ ਦੀ ਅਪੀਲ ਤੇ ਗਏ ਸਾਂ, ਨਾ ਅਸੀਂ ਕਿਸੇ ਦੀਪ ਸਿੱਧੂ ਦੀ ਅਪੀਲ ਤੇ, ਨਾ ਅਸੀਂ ਲੱਖੇ ਸਦਾਣੇ ਦੀ ਅਪੀਲ ਤੇ ਗਏ ਸੀ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਪੂਰਾ ਜਿਵੇਂ ਹਿਟਲਰ ਨੂੰ ਕਾਪੀ ਕਰਦੇ ਆ, ਹਨਾ, ਵੀ ਇੱਕ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਉਹਦਾ ਅੰਤ ਵੀ ਪਤਾ। ਲੋਕਾਂ ਨੇ ਇਹ ਤਾਂ ਸਮਝ ਲਿਆ ਕਿ ਬੀਜੇਪੀ ਗਲਤ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਆਇਆ ਵੀ ਗੰਗਾਧਰ ਸ਼ਕਤੀਮਾਨ ਵੀ ਹੈ। ਦੂਸਰੀ ਧਿਰ ਜਿਹੜੀ ਜਿੱਤਦੀ ਹੈ ਵੀ ਉਹ ਇਹ ਨਹੀਂ ਸਮਝੇ ਵੀ ਗੰਗਾਧਰ ਸ਼ਕਤੀਮਾਨ ਹੀ ਹੈ। ਟੋਏ ਟਿੱਬੇ ਕਿੱਲ ਤੇਰੇ, ਆ ਕਾਲੇ ਪੀਲੇ ਬਿੱਲ ਤੇਰੇ, ਆ ਯੋਗੀ ਸ਼ਾਹ ਜੇ ਯਾਰ ਤੇਰੇ, ਆ ਆਈਟੀ ਸੈੱਲ ਹਥਿਆਰ ਤੇਰੇ, ਆ ਗੋਬਰ ਖਾਣੇ ਭਗਤ ਤੇਰੇ, ਆ ਨੈਟ ਨੁੱਟ ਵਾਲੇ ਜ਼ਬਤ ਤੇਰੇ। ਹੁਣ ਸਭ ਨੂੰ ਰਾਹੇ ਪਾਵਾਂਗੇ, ਆਏ ਸਾਂ ਕੱਲੇ ਕਾਨੂੰਨਾਂ ਲਈ, ਹੁਣ ਤਖਤ ਹਿਲਾ ਕੇ ਜਾਵਾਂਗੇ। ਇੱਕ ਕਵੀ ਨੂੰ ਕੀ ਸੋਚਦੇ ਹੋ ਵੀ ਉਹ ਬੜਾ ਉਦਾਸੀਨ, ਉਹ ਖੁੱਲ ਕੇ ਹੱਸੂ ਵੀ ਨਹੀਂ, ਉਹ ਕਿਸੇ ਗੱਲ ਤੇ ਠਹਾਕਾ ਤੇ ਮਾਰੂ ਹੀ ਨਹੀਂ, ਉਹ ਹੌਲੇ ਹੌਲੇ ਤੁਰੂ, ਉਹ ਡੂੰਘੇ ਡੂੰਘੇ ਵਾਦ ਇਹ ਉਹ ਸ਼ਬਦ ਵਰਤੂ। ਤੁਸੀਂ ਉਹ ਕਵੀ ਕਿਉਂ ਸੋਚਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਪਿਛਲੇ ਦਿਨੀ ਅਸੀਂ ਮਹਿਲਾ ਦਿਵਸ ਮਨਾ ਕੇ ਹਟੇ ਹਾਂ, ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤੇ ਉਧਰਲੇ ਪਾਸੇ ਪੰਜਾਬ ਦੇ ਵਿੱਚੋਂ ਉੱਠੇ ਇੱਕ ਅੰਦੋਲਨ ਦੀ, 3 ਕਾਲੇ ਕਾਨੂੰਨ ਆਏ ਤੇ ਉਸ ਤੋਂ ਬਾਅਦ ਇੱਕ ਅੰਦੋਲਨ ਉੱਠਦਾ ਗਾ। 6 ਮਹੀਨਿਆਂ ਦੇ ਕਰੀਬ ਸਮਾਂ ਹੋ ਚੁੱਕਿਆ ਤੇ 90 ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ ਹੋ ਚੁੱਕੇ ਆ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਕਿਰਤੀਆਂ ਨੂੰ। ਪਰ ਇਸ ਅੰਦੋਲਨ ਦੇ ਵਿੱਚ ਇਸਤਰੀਆਂ ਦਾ ਕੀ ਯੋਗਦਾਨ ਰਿਹਾ, ਜਾਂ ਆਪਾਂ ਕਹਿ ਦਈਏ ਵੀ ਇਸਤਰੀਆਂ ਨੇ ਆਪਣੇ ਆਪ ਦੇ ਵਿੱਚ ਕਿਹੜੇ ਬਦਲਾਵ ਲੈ ਕੇ ਆਂਦੇ। ਇਹ ਬੜੀਆਂ ਵੱਡੀਆਂ ਗੱਲਾਂ ਨੇ ਪਰ ਡੂੰਘੀਆਂ ਵੀ ਨੇ, ਕਿਉਂਕਿ ਇਸ ਅੰਦੋਲਨ ਦੇ ਵਿੱਚ ਬਹੁਤ ਕੁਝ ਸਾਨੂੰ ਵੱਖਰਾ ਦੇਖਣ ਨੂੰ ਮਿਲਿਆ ਤੇ ਦੁਨੀਆ ਨੇ ਵੀ ਬੜਾ ਕੁਝ ਵੱਖਰਾ ਦੇਖਿਆ। ਤੇ ਖਾਸ ਕਰਕੇ ਅਸੀਂ ਉਸ ਯੋਗਦਾਨ ਨੂੰ ਵੀ ਨਹੀਂ ਭੁੱਲ ਸਕਦੇ ਜੋ ਸੋਸ਼ਲ ਮੀਡੀਆ ਦੇ ਉੱਤੇ ਵੱਡੀਆਂ ਹਸਤੀਆਂ ਨੇ ਪਾਇਆ ਤੇ ਉਹਨਾਂ ਦੇ ਵਿੱਚ ਜ਼ਿਆਦਾਤਰ ਮਹਿਲਾਵਾਂ ਸੀ। ਇਹ ਗੱਲਬਾਤ ਦੇ ਉੱਤੇ, ਇਸਤਰੀਆਂ ਦੇ ਉੱਤੇ ਚਰਚਾ ਕਰਨ ਵਾਸਤੇ, ਇਹ ਅੰਦੋਲਨ ਦੇ ਨਾਲ ਸੰਬੰਧਿਤ ਕੀ ਗੱਲਾਂ ਰਹਿਣਾ ਔਰਤਾਂ ਨੂੰ ਲੈ ਕੇ, ਉਹਦੇ ਉੱਤੇ ਚਰਚਾ ਕਰਨ ਵਾਸਤੇ ਅੱਜ ਸਾਡਾ ਖਾਸ ਪ੍ਰੋਗਰਾਮ ਆ ਇਹ, ਤੇ ਸਾਡੇ ਖਾਸ ਮਹਿਮਾਨ ਨੇ ਸਿਮਰਨ ਅਕਸ ਜੀ। ਅਕਸ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਕਿਵੇਂ ਦੇਖਦੇ ਹੋ ਇਸਤਰੀਆਂ ਦਾ ਯੋਗਦਾਨ ਇਸ ਅੰਦੋਲਨ ਦੇ ਵਿੱਚ? ਜਦੋਂ ਅਸੀਂ ਜੇ ਅੰਦੋਲਨ ਤੋਂ ਪਹਿਲਾਂ ਦੀ ਗੱਲ ਕਰੀਏ ਜੀ, ਜਦੋਂ ਵੀ ਅਸੀਂ ਕਿਸਾਨ ਸ਼ਬਦ ਵਰਤਦੇ ਸੀ ਜਾਂ ਮਜ਼ਦੂਰ ਸ਼ਬਦ ਵਰਤਦੇ ਹਾਂ ਤਾਂ ਉਹ ਆਪਣੇ ਆਪ ਹੀ ਉਹਨਾਂ ਦਾ ਔਰਾ ਇੱਕ ਸਿਰਜਿਆ ਜਾਂਦਾ ਜਿਹੜਾ ਮੇਲ ਉਹਨੂੰ ਡਿਪਿਕਟ ਕਰਦਾ, ਹਨਾ, ਕਿ ਮਰਦ ਕਿਸਾਨ, ਮਰਦ ਮਜ਼ਦੂਰ। ਇਹਦੇ 'ਚ ਇਹ ਨਹੀਂ ਕਿ ਕਿਸੇ ਜਮਾਤ ਨੇ ਵੰਡ ਪਾਈ ਹੋਈ ਹੈ, ਇੱਕ ਸੋਚ ਸਾਡੀ ਇੱਕ ਹੋ ਜਾਂਦਾ ਨਾ ਕਿ ਮਿਥਿਆ ਜਾਂਦਾ, ਇੱਕ ਉਹਦੇ ਤਹਿਤ ਅਸੀਂ ਉਹੀ ਸੋਚਣ ਲੱਗ ਜਾਂਦੇ ਹਾਂ। ਪਰ ਜਦੋਂ ਤੋਂ ਇਸ ਸੰਘਰਸ਼ ਦੀ ਲੀਹ ਪੈਂਦੀ ਹੈ, ਭਾਵੇਂ ਉਹ ਪੰਜਾਬ ਦੇ ਜਿਹੜੇ ਆਪਣੀਆਂ ਲਾਈਨਾਂ ਤੇ, ਰੇਲਵੇ ਲਾਈਨਾਂ ਤੇ ਹੋਵੇ ਜਾਂ ਸੜਕਾਂ ਤੇ ਨਿਕਲ ਕੇ ਹੋਵੇ ਜਾਂ ਕਿਤੇ ਵੀ, ਤਾਂ ਉੱਥੋਂ ਅਸੀਂ ਹੌਲੀ ਹੌਲੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਔਰਤ ਦੀ ਸ਼ਮੂਲੀਅਤ ਸ਼ੁਰੂ ਹੁੰਦੀ ਹੈ। ਜਿਹੜੀਆਂ ਜ਼ਮੀਨਾਂ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਪਿਤਾ ਪੁਰਖੀ ਤੁਰਦੀਆਂ ਆ ਰਹੀਆਂ, ਅੱਗੇ ਪਿਓ ਤੋਂ ਬਾਅਦ, ਦਾਦੇ ਤੋਂ ਬਾਅਦ ਪੁੱਤਰ ਦੇ ਨਾਮ, ਪੁੱਤਰ ਤੋਂ ਬਾਅਦ ਪੋਤੇ ਦੇ ਨਾਮ ਚੜੀਆਂ, ਤਾਂ ਉੱਥੇ ਜਾ ਕੇ ਔਰਤਾਂ ਨੇ ਆਪਣਾ ਇੱਕ ਰੱਖਣਾ ਸ਼ੁਰੂ ਕੀਤਾ ਕਿ ਅਸੀਂ ਵੀ ਇਹਦੇ ਨਾਲ ਸੰਬੰਧਿਤ ਹਾਂ। ਅਗਰ ਇਹ ਜ਼ਮੀਨਾਂ ਖੁੱਸਦੀਆਂ ਨੇ ਤਾਂ ਸਾਡੇ ਉੱਤੇ ਬਹੁਤ ਵੱਡੀ ਮਾਰ ਪੈਂਦੀ ਆ। ਜੇ ਅਸੀਂ ਇਸ ਤੋਂ ਪਹਿਲਾਂ ਦੇਖੀਏ ਕਿ ਔਰਤ ਦਾ ਜਿਹੜਾ ਜ਼ਮੀਨੀ ਉਹਦੇ ਤੇ ਕੰਮ, ਭਾਵੇਂ ਮਜ਼ਦੂਰ ਵਰਗ ਤੇ ਹੋਵੇ ਜਾਂ ਕਿਸਾਨ ਔਰਤ ਦਾ, ਹਨਾ, ਉਹਦੇ ਵਿੱਚ ਕੰਮ, ਸਾਡੀਆਂ ਦਾਦੀਆਂ, ਮਾਵਾਂ, ਭੈਣਾਂ ਜਦੋਂ ਖੇਤ ਬੰਦੇ ਕੰਮ ਕਰਦੇ, ਉਹਨਾਂ ਦਾ ਲੰਗਰ ਪੱਕਦਾ, ਤਵੀਆਂ ਤੇ ਰੋਟੀਆਂ ਪੱਕਦੀਆਂ ਨੇ, ਤਾਂ ਕਿਤੇ ਰੈਕੋਗਨਾਈਜੇਸ਼ਨ ਹੈ ਨਹੀਂ ਸੀ ਉਹਦੀ। ਉਹ ਇੱਕ ਆਮ ਕੰਮਾਂ 'ਚ ਗਿਣਿਆ ਜਾਂਦਾ ਸੀ। ਪਰ ਹੁਣ ਉਹਨਾਂ ਨੇ ਆਪਣੀ ਉਸ ਕੰਮ ਨੂੰ ਵੀ ਇੱਕ ਨਾਮ ਦਿੱਤਾ ਕਿ ਅਸੀਂ ਇਸ ਪੱਖ ਤੋਂ ਵੀ ਇਹਦੇ ਵਿੱਚ ਸ਼ਾਮਿਲ ਹਾਂ। ਅਸੀਂ ਖੇਤਾਂ ਦੇ ਵਿੱਚ ਮਿੱਟੀ ਦੇ ਨਾਲ ਮਿੱਟੀ ਹੁੰਨੀ ਆ ਤੇ ਪਸੀਨਾ ਵੀ ਅਸੀਂ ਬਹਾਉਣੀ ਆ ਬਰਾਬਰ, ਹਨਾ। ਤਾਂ ਜਿਵੇਂ ਗੁਰਕਿਰਨ ਨੱਤ ਨੇ ਆਖਿਆ ਕਿ 53% ਤੋਂ ਵਧੇਰੇ ਕਿਸਾਨੀ ਦੇ ਵਿੱਚ ਔਰਤਾਂ ਸ਼ਾਮਿਲ ਨੇ, ਤਾਂ ਉਹ ਵੀ ਆਪਣੇ ਹੱਕਾਂ ਦੀ ਖਾਤਰ ਉੱਥੇ ਖੜੀਆਂ ਨੇ। ਔਰਤਾਂ ਦੇ ਵਿੱਚ ਤਾਂ ਇਹ ਬਦਲਾਅ ਹੈ ਹੀ ਹੈ ਕਿ ਉਹਨਾਂ ਨੇ ਦਹਲੀਜ਼ ਨੂੰ ਆਪਣੇ ਹੱਕਾਂ ਦੇ ਲਈ ਟੱਪਿਆ, ਬਾਹਰ ਆਈਆਂ ਨੇ। ਪਰ ਨਾਲ ਸਾਡੇ ਵੀਰਾਂ, ਮਰਦਾਂ, ਭਰਾਵਾਂ ਦਾ ਵੀ ਇਹ ਬਹੁਤ ਵੱਡਾ ਬਦਲਾਅ ਹੈ ਕਿ ਅੱਗੇ ਉਹ ਕਹਿੰਦੇ ਹੁੰਦੇ ਸੀ ਕਿ ਇਹ ਚੀਜ਼ ਅਸੀਂ ਸਾਂਭ ਲਾਂਗੇ, ਵੀ ਤੁਸੀਂ ਘਰ ਦਾ ਸਾਂਭੋ,
ਬਾਹਰ ਵਾਲਾ ਅਸੀਂ ਸਾਂਭ ਲਾਂਗੇ। ਜਿਵੇਂ ਆਪਾਂ ਲੋਕ ਗੀਤਾਂ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਅੱਲੜ ਬੱਲੜ ਬਾਵੇ ਦਾ, ਬਾਵਾ ਅੰਨ ਉਗਾਵੇਗਾ, ਹਨਾ, ਬਾਵਾ ਅੰਨ ਲਿਆਵੇਗਾ, ਬਾਵੀ ਮਨ ਪਕਾਵੇਗੀ ਤੇ ਬਾਵਾ ਬੈਠਾ ਖਾਵੇਗਾ। ਪਰ ਹੁਣ ਉਹ ਚੀਜ਼ਾਂ ਬਦਲ ਗਈਆਂ ਲੱਗਦੀਆਂ, ਬਾਵਾ ਬਾਵੀ ਦੋਨੋਂ ਤੁਰ ਪਏ ਨੇ ਇਕੱਠੇ। ਜੀ ਦੋਨੋਂ ਉਸ ਅੰਨ ਦੇ ਲਈ, ਉਸ ਮਨ ਦੇ ਲਈ, ਉਸ ਰੋਟੀ ਦੇ ਲਈ ਦੋਨੋਂ ਨਿਕਲ ਪਏ ਨੇ ਸੰਘਰਸ਼ ਦੀਆਂ ਲੀਹਾਂ ਤੇ ਜਦੋਂ ਜਿਵੇਂ ਕੱਲ ਦਾ ਜੇ ਤੁਸੀਂ ਦੇਖੋ ਆਖਰੇ ਸੀ ਕਿ 5 ਲੱਖ ਤੋਂ ਵਧੇਰੇ ਇਕੱਠ ਸੀ ਉੱਥੇ ਔਰਤਾਂ ਦਾ, ਹਨਾ, ਤਾਂ ਐਡੀ ਭਰਵੀਂ ਸ਼ਮੂਲੀਅਤ ਹੋਣਾ ਜਿਹਦੇ ਚ 80 ਸਾਲ ਦੀਆਂ 90 ਸਾਲ ਦੀਆਂ ਬਜ਼ੁਰਗ ਮਾਤਾਵਾਂ ਸਾਡੀਆਂ ਭੈਣਾਂ ਨੇ, ਕੁੜੀਆਂ ਨੇ, ਬਿਲਕੁਲ, ਹਨਾ, ਉੱਥੇ ਸਾਰੇ ਸ਼ਾਮਲ ਹੋਏ ਨੇ। ਤਾਂ ਉੱਥੇ ਜਾ ਕੇ ਮੈਂ ਹਮੇਸ਼ਾ ਜਦੋਂ ਤੋਂ ਸੰਘਰਸ਼ ਸ਼ੁਰੂ ਹੋਇਆ ਮੈਂ ਇੱਕ ਗੱਲ ਆਖੀ ਹੈ ਕਿ ਇਹ ਸੰਘਰਸ਼ ਨਾ ਸਿਰਫ ਕਾਸਟ ਤੋਂ ਪਾਸੇ ਹੈ, ਨਾ ਸਿਰਫ ਰਿਲੀਜਨ ਤੋਂ ਪਾਸੇ ਹੈ, ਨਾ ਸਿਰਫ ਜਿਹੜਾ ਆਪਣਾ ਸਟੇਟ ਤੋਂ ਪਾਸੇ ਹੈ, ਸਗੋਂ ਇਹ ਜੈਂਡਰ ਫ੍ਰੀ ਵੀ ਹੈ। ਉੱਥੇ ਅਸੀਂ ਇਹ ਨਹੀਂ ਦੇਖਦੇ ਕਿ ਇਹ ਔਰਤਾਂ ਸ਼ਾਮਲ ਹੈ, ਇਹ ਬੀਬੀਆਂ ਸ਼ਾਮਲ ਹੈ, ਉੱਥੇ ਅਸੀਂ ਆਖਦੇ ਹਾਂ ਕਿ ਇਹ ਕਿਸਾਨ ਸ਼ਾਮਲ ਨੇ। ਸਿਰਫ ਉਹ ਦੋ ਧਿਰਾਂ ਨੇ, ਇੱਕ ਸਰਕਾਰ ਵਿਰੋਧੀ ਤੇ ਇੱਕ ਹੱਕਾਂ ਨੂੰ ਪਾਉਣ ਵਾਲੇ, ਸਿਰਫ ਇਹ ਚੀਜ਼ ਉੱਥੇ ਚੱਲ ਰਹੀ ਹੈ। ਜੇ ਅਸੀਂ ਸੋਸ਼ਲ ਮੀਡੀਆ ਵਾਲਾ ਪੱਖ ਦੇਖਦੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀਆਂ ਦੀ ਜਿਵੇਂ ਗੱਲ ਹੁੰਦੀ ਆ, ਖਾਸ ਕਰਕੇ ਜੇ ਆਪਾਂ ਗੱਲ ਕਰਦੇ ਆ ਕਲਾਕਾਰਾਂ ਦੀ, ਤੇ ਉਹਨਾਂ ਨੇ ਵੀ ਅਹਿਮ ਰੋਲ ਕੀਤਾ ਹੈਗਾ। ਤੇ ਖਾਸ ਕਰਕੇ ਰਿਹਾਨਾ ਦੀ ਗੱਲ ਕਰਦੇ ਆ, ਆਪਾਂ ਇੰਟਰਨੈਸ਼ਨਲ ਸਟਾਰ ਨੇ, ਜਾਂ ਗ੍ਰੇਟਾ ਦੀ ਗੱਲ ਕਰਦੇ ਆ, ਉਹਨਾਂ ਨੇ ਵੀ ਬੜਾ ਵੱਡਾ ਰੋਲ ਕੀਤਾ ਗਿਆ ਇਸ ਸੰਘਰਸ਼ ਨੂੰ ਲੈ ਕੇ, ਤਾਂ ਜੋ ਉਸ ਚੀਜ਼ਾਂ ਨੇ ਵੀ ਕਾਫੀ ਹੱਦ ਤੱਕ ਇਸ ਅੰਦੋਲਨ ਦੇ ਹੱਕ ਦੇ ਵਿੱਚ ਖੜੀਆਂ ਹੋਣਾ ਤੇ ਔਰਤਾਂ ਨੂੰ ਵੀ ਹੋਰ ਸ਼ਕਤੀ ਮਿਲੀ ਆ। ਬਿਲਕੁਲ ਬਿਲਕੁਲ, ਜਿਵੇਂ ਰਿਹਾਨਾ ਦੀ ਪੋਸਟ ਆਉਂਦੀ ਹੈ, ਗ੍ਰੇਟਾ ਦੀ ਪੋਸਟ ਆਉਂਦੀ ਹੈ, ਹੋਰ ਬਹੁਤ ਸਾਰੀਆਂ ਸਾਡੀਆਂ, ਤਾਪਸੀ ਪੰਨੂ ਹੈ, ਹਨਾ, ਸਾਡੇ ਆਪਣੇ ਜਿਨ੍ਹਾਂ ਨੇ, ਤਾਂ ਜਦੋਂ ਉਹ ਇਸ ਤਰ੍ਹਾਂ ਦੇ ਟਵੀਟ ਪਾਉਂਦੇ ਨੇ, ਸਾਡੇ ਹੱਕ ਦੇ ਵਿੱਚ ਖੜਦੇ ਆ, ਤਾਂ ਇਹ ਜਿਹੜੇ ਮੁੱਦੇ ਹੋਰ ਪੱਖਦੇ ਨੇ, ਸਾਨੂੰ ਪਤਾ ਚੱਲਦਾ ਕਿ ਇੱਕ ਬਰੂਹਾਂ ਤੋਂ ਬਾਹਰ ਲੰਘ ਕੇ ਗੱਲਬਾਤ ਵੀ ਤੁਰ ਰਹੀ ਆ। ਉਹਦੇ ਵਿੱਚ ਬਹੁਤੀਆਂ ਲੇਡੀਜ਼ ਆਈਆਂ ਨੇ, ਤਾਂ ਇੱਥੋਂ ਇੱਕ ਹੋਰ ਜ਼ਿਆਦਾ ਹੱਲਾਸ਼ੇਰੀ ਵੀ ਹੈ ਕਿ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਵੀ ਲੇਡੀਜ਼, ਕਮਲਾ ਹੈਰਿਸਨ ਦੀ ਗੱਲ ਕਰਦੇ ਹਾਂ, ਲਗਾਤਾਰ ਪੋਸਟਰਸ ਹਨ ਉਹਦੇ ਚ ਪਾ ਰਹੇ ਨੇ, ਗ੍ਰਿਫਤਾਰੀਆਂ ਹੋਈਆਂ, ਭਾਵੇਂ ਉਹ ਨੌਦੀਪ ਕੌਰ ਦੀ ਹੋਵੇ ਜਾਂ ਹੋਰ ਗ੍ਰਿਫਤਾਰੀਆਂ ਨੇ, ਤਾਂ ਉੱਥੋਂ ਪਤਾ ਲੱਗਦਾ ਕਿ ਬਰਾਬਰ ਜਿਹੜਾ ਮੋਢੇ ਨਾਲ ਮੋਢਾ ਸਗੋਂ ਮਿਲਿਆ ਹੀ ਨਹੀਂ, ਕਦਮ ਅੱਗੇ ਵੀ ਹੈ ਦੂਜਿਆਂ ਤੋਂ, ਹਨਾ, ਵੀ ਇੱਥੇ ਉਹ ਫਰਕ ਖਤਮ ਹੋਇਆ। ਤੁਸੀਂ ਲਿਖਦੇ ਵੀ ਰਹਿੰਦੇ ਹੋ, ਹਨਾ, ਇੱਕ ਅਦਾਕਾਰ ਦੇ ਤੌਰ ਤੇ ਵੀ ਤੁਹਾਨੂੰ ਜਾਣਿਆ ਜਾਂਦਾ ਹੈਗਾ। ਜੇ ਅਸੀਂ ਗੱਲ ਕਰਦੇ ਹਾਂ ਗੀਤਾਂ ਦੀ, ਆਪਣੀ ਪਹਿਲਾਂ ਇੱਕ ਮੁਲਾਕਾਤ ਹੋਈ ਸੀ, ਥੋੜਾ ਜਿਹਾ ਉਹ 'ਚ ਵਿਵਾਦ ਖੜਾ ਹੋ ਗਿਆ ਸੀ, ਹਨਾ, ਪਰ ਜਿੱਦਾਂ ਮੌਸਮ ਬਦਲਦਾ ਗਾ, ਜਿੱਦਾਂ ਆਪਾਂ ਕਹਿ ਦਈਏ ਵੀ ਇਹ ਚੀਜ਼ ਵੀ ਪਹਿਲਾਂ ਚੱਲਦੀ ਹੈ ਵੀ ਮੌਸਮ ਦੇ ਹਿਸਾਬ ਨਾਲ ਹੀ ਚੀਜ਼ਾਂ ਬਦਲਦੀਆਂ, ਗੀਤ ਵੀ ਉਦਾਂ ਦੇ ਆਉਂਦੇ ਆ, ਤੇ ਹੁਣ ਕਿਸਾਨੀ ਰੰਗ ਨੂੰ ਲੈ ਕੇ ਕਿੰਨੀਆਂ ਸਾਰੀਆਂ ਆਪਾਂ ਨੂੰ ਚੀਜ਼ਾਂ ਦੇਖਣ ਨੂੰ ਮਿਲੀਆਂ ਗਈਆਂ, ਇਹ ਵੀ ਇੱਕ ਬੜੀ ਵਧੀਆ ਚੀਜ਼ ਹੋਈ ਹੈ। ਇਹ ਬਹੁਤ ਸੋਹਣਾ ਪੱਖ ਹੈ। ਦੇਖੋ, ਜੇ ਅਸੀਂ ਕੱਢਣਾ ਚਾਹੀਏ ਤਾਂ ਅਸੀਂ ਨੈਗੇਟਿਵ ਵਿੱਚੋਂ ਵੀ ਕੱਢ ਸਕਦੇ ਹਾਂ। ਕਿਸੇ ਨੇ ਆਖਿਆ, ਗੀਤ ਆਇਆ ਜੀ, ਕਹਿੰਦੇ ਲਓ ਜੀ ਕਿਸਾਨਾਂ ਦੇ ਨਾਮ ਤੇ ਰੋਟੀਆਂ ਸੇਕਣੀਆਂ ਸ਼ੁਰੂ ਹੋ ਗਈਆਂ, ਹਨਾ, ਪਰ ਜੇ ਉਹਨੂੰ ਪੋਜ਼ਿਟਿਵ ਪੱਖ ਦੇਖਦੇ ਹੋ ਤਾਂ ਫਿਰ ਜੇ ਉਹ ਨਾ ਕਰਨਗੇ ਤਾਂ ਤੁਹਾਨੂੰ ਨਹੀਂ ਲੱਗਦਾ ਇੱਕ ਗੈਪ ਆਪਾਂ ਸਪੇਸ ਦੇ ਹੀ ਰੱਖਾਂਗੇ? ਵੀ ਬਹੁਤ ਵੱਡੀ ਗੱਲ ਹੈ ਕਿ ਇਸ ਸਮੇਂ ਦੌਰਾਨ ਅਗਰ ਕੋਈ ਰੋਮਾਂਟਿਕ ਗੀਤ ਆਇਆ, ਕੋਈ ਹੋਰ ਗੀਤ ਆਇਆ ਤਾਂ ਉਹ ਨਹੀਂ ਚੱਲੇ, ਹਨਾ। ਈਵਨ ਕਿ ਤੁਸੀਂ ਇਸ ਚੀਜ਼ ਦੀ ਮਜ਼ਬੂਤੀ ਸਮਝ ਸਕਦੇ ਹੋ ਰਤਨ ਜੀ ਕਿ YouTube ਤੋਂ ਉਹ ਗੀਤ ਹਟਾ ਦੇਣੇ, ਬੈਨ ਕਰ ਦੇਣੇ, ਇੱਥੋਂ ਉਹਦੀ ਪਾਵਰ ਦਾ ਪਤਾ ਲੱਗਦਾ ਕਿ ਕਿੱਥੋਂ ਤੱਕ ਉਹਦੀਆਂ ਜੜਾਂ ਪਹੁੰਚੀਆਂ ਨੇ। ਹਰ ਸਮੇਂ ਤੇ ਹੀ ਅਗਰ ਤੁਸੀਂ ਲਾਲ ਸਿੰਘ ਦਿਲ ਦੀ ਗੱਲ ਕਰਦੇ ਹੋ, ਅਗਰ ਤੁਸੀਂ ਪਾਸ਼ ਦੀ ਗੱਲ ਕਰਦੇ ਹੋ, ਸੰਤ ਰਾਮ ਉਦਾਸੀ ਦੀ ਗੱਲ ਕਰਦੇ ਹੋ, ਤੇ ਉਹਨਾਂ ਦੀ ਕਲਮ ਹੀ ਹੈ ਨਾ, ਜਿਹਦੇ ਸਦਕੇ ਉਹਨਾਂ ਨੇ ਇਹ ਜਿਹੜਾ ਹਲੇ ਤੱਕ ਉਹ ਸ਼ਬਦ ਸਾਨੂੰ ਚਿਣ ਗਲਾਉਂਦੇ ਜਾਂਦੇ ਨੇ, ਹਾਲੇ ਤੱਕ ਜਾਗ ਲਾਉਂਦੇ ਜਾਂਦੇ ਆ। ਅਸੀਂ ਆਖਦੇ ਹਾਂ ਕਿ ਬੋਲੇ ਸੋ ਨਿਹਾਲ ਹੈ, ਉਹ ਕੀ ਹੈ? ਉਹ ਸ਼ਬਦਾਂ ਦੀ ਤਾਕਤ ਹੈ, ਹਨਾ, ਉਹਦੇ ਵਿੱਚ ਉਹ ਨਾਰੇ ਦੇ ਵਿੱਚ ਸ਼ਬਦ ਨੇ, ਇਨਕਲਾਬ ਜ਼ਿੰਦਾਬਾਦ ਕੀ ਹੈ, ਜਿਹਨੂੰ ਅਸੀਂ ਰਿਪੀਟ ਕਰਦੇ ਹਾਂ ਤਾਂ ਸਾਡੇ ਆਪਣੇ ਰੌਂਗਟੇ ਖੜੇ ਹੁੰਦੇ ਨੇ, ਜਿਹਦੇ ਤੇ ਲੱਖਾਂ ਕਰੋੜਾਂ ਲੋਕ ਖੜੇ ਹੋ ਉੱਠਦੇ ਨੇ। ਉਹ ਕੀ ਚੀਜ਼ ਆ? ਉਹ ਸ਼ਬਦਾਂ ਦੀ ਤਾਕਤ ਹੈ। ਸੋ ਜਦੋਂ ਵੀ ਸ਼ਬਦ ਜਿਹੜੇ ਆ ਜ਼ਬਰ ਦੇ ਅੱਗੇ ਸਬਰ ਦਾ ਸਬੂਤ ਦਿੰਦੇ ਨੇ ਤਾਂ ਫਿਰ ਉਹ ਉਹਨਾਂ ਦਾ ਇੰਪੈਕਟ ਵੱਧਦਾ, ਉਹ ਬਹੁਤ ਜ਼ਿਆਦਾ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਲਗਾਤਾਰ ਗੀਤ ਆ ਰਹੇ ਨੇ, ਕੰਵਰ ਗਰੇਵਾਲ ਦੇ ਗੀਤ ਆ ਰਹੇ ਨੇ, ਹੋਰ ਬਹੁਤ ਸਾਰਿਆਂ ਦੇ ਗੀਤ ਆਏ ਨੇ, ਹਨਾ, ਰਾਜ ਕਾਕੜਾ ਹੁਰੇ ਲਗਾਤਾਰ ਜਿਹੜੇ ਉਸ ਚੀਜ਼ ਤੇ ਲਿਖ ਰਹੇ ਨੇ, ਤਾਂ ਉਹਦੇ ਨਾਲ ਇਹ ਵੀ ਹੈ ਨਾ ਕਿ ਤੁਸੀਂ ਇਹ ਵੀ ਦੇਖੋ ਵੀ ਤਾਂ ਇਨਸਾਨ ਨੇ। ਜਸਵੰਤ ਸਿੰਘ ਕੰਵਲ ਨੂੰ ਆਖਿਆ ਜਾਂਦਾ ਕਿ ਉਹ ਹਰ ਲਹਿਰ ਦੇ ਨਾਲ ਬਹਿੰਦੇ ਸੀ। ਉਹ ਕਹਿੰਦੇ ਵੀ ਤੁਸੀਂ ਕੀ ਸੋਚਦੇ ਹੋ ਮੈਂ ਮੁਰਦਾ, ਜੇ ਮੈਂ ਜਿਉਣਾ ਤਾਂ ਮੈਂ ਲਹਿਰ ਦੇ ਨਾਲ ਵਗੂੰਗਾ ਵੀ, ਮੇਰੇ ਤੇ ਉਸ ਚੀਜ਼ ਦਾ ਅਸਰ ਹੁੰਦਾ ਹੈ ਨਾ। ਜਦੋਂ ਸ਼ਹੀਨ ਬਾਗ ਦਾ ਮੁੱਦਾ ਹੁੰਦਾ ਉਦੋਂ ਵੀ ਅਸੀਂ ਲਿਖਿਆ, ਉਦੋਂ ਵੀ ਲੋਕਾਂ ਨੇ ਉਸ ਦੇ ਹੱਕ ਦੇ ਵਿੱਚ ਆਵਾਜ਼ਾਂ ਉਠਾਈਆਂ, ਕਵਿਤਾਵਾਂ ਆਈਆਂ, ਗੀਤ ਆਏ ਨੇ, ਹਨਾ। ਜਦੋਂ ਹੁਣ ਇਹ ਧਰਨੇ ਚੱਲਦੇ ਨੇ, ਇਟ ਮੀਨ ਸਾਡੀਆਂ ਜ਼ਮੀਰਾਂ ਕਿਤੇ ਨਾ ਕਿਤੇ ਜਿਉਂਦੀਆਂ ਨੇ। ਅੱਛਾ, ਜੇ ਉਹਦੇ ਚੋਂ ਕਿਸੇ ਨੂੰ ਕਮਰਸ਼ੀਅਲ ਲਾਹਾ ਹੁੰਦਾ ਵੀ ਹੈ ਤਾਂ ਹੋਣ ਦਿਓ, ਪਰ ਉਹਦੇ ਨਾਲ ਸਾਨੂੰ ਕੀ ਲਾਹਾ ਹੁੰਦਾ ਇਹ ਤਾਂ ਦੇਖੋ ਨਾ।
ਆਪਣੇ ਵਾਲਿਆਂ 'ਚ ਵੀ ਤਾਂ ਜਦੋਂ ਕੋਈ ਐਡਾ ਹੱਲਾ ਸ਼ੇਰੀ ਵਾਲਾ ਗੀਤ ਆਉਂਦਾ ਹੈ ਤਾਂ ਘਰਾਂ 'ਚ ਬੈਠੇ ਉੱਠ ਕੇ ਤੁਰ ਪੈਂਦੇ ਨੇ ਜੀ ਬਿਲਕੁਲ ਹੈ ਨਾ। ਇਹ ਇੱਕ ਸਾਇਲੈਂਟ ਇੰਪੈਕਟ ਹੈ ਜੀ, ਚੀਜ਼ਾਂ ਦਾ ਕਿ ਕਿਸ ਤਰ੍ਹਾਂ ਉਹਦਾ ਅਸਰ ਹੁੰਦਾ ਹੈ। ਜੀ ਜੇ ਖਾਸ ਤੌਰ ਤੇ ਆਪਾਂ ਦੇਖਦੇ ਆ ਇੱਕ ਸ਼ਬਦ ਵਰਤਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅੰਦੋਲਨਕਾਰੀਆਂ ਨੂੰ ਅੰਦੋਲਨ ਜੀਵੀ ਕਿਹਾ ਗਿਆ। ਤੁਹਾਡੇ ਵਰਗੇ ਲੋਕ ਜਿਹੜੇ ਲਿਖਦੇ ਨੇ ਉਹ ਡੂੰਘਾ ਸੋਚਦੇ ਨੇ, ਤੁਸੀਂ ਕੀ ਸੋਚਿਆ ਜਦੋਂ ਇਹ ਚੀਜ਼ ਦੇਖੀ? ਤੁਸੀਂ ਇਹਦਾ ਕਿਹੜਾ ਪੱਖ ਦੇਖਦੇ ਹੋ? ਦੇਖੋ ਬੜੀ ਹੈਰਾਨੀ ਦੀ ਗੱਲ ਵੀ ਹੈ ਕਿ ਜਿੱਦਾਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਪੂਰਾ ਜਿਵੇਂ ਹਿਟਲਰ ਨੂੰ ਕਾਪੀ ਕਰਦੇ ਆ ਹਨਾ, ਵੀ ਇੱਕ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਉਹਦਾ ਅੰਤ ਵੀ ਪਤਾ ਹੈ। ਜੇ ਤੁਸੀਂ ਜਿਸ ਬੰਦੇ ਨੂੰ ਕਾਪੀ ਕਰ ਰਹੇ ਹੋ ਤਾਂ ਪਹਿਲਾਂ ਉਹਦਾ ਅੰਤ ਵੀ ਪੜ੍ਹ ਲਓ ਕਿ ਕੀ ਸੀ। ਉਹ ਸ਼ਬਦ ਵਰਤਦਾ ਇਸ ਤਰ੍ਹਾਂ ਦੇ, ਤੁਸੀਂ ਉਸੇ ਲਈ ਤੇ ਉਦਾਂ ਦੇ ਸ਼ਬਦ ਵਰਤ ਰਹੇ ਹੋ ਹਨਾ। ਤੁਸੀਂ ਜੇ ਦੇਖਿਆ ਹੋਵੇ ਤਾਂ ਸਟੇਡੀਅਮ ਵੀ ਉਹਨਾਂ ਨੇ ਆਪਣੇ ਨਾਮ ਤੇ ਬਣਾਇਆ ਸੀ ਤੇ ਹੁਣ ਸਾਡੇ ਪ੍ਰਧਾਨ ਮੰਤਰੀ ਜੀ ਆਪਣੇ ਨਾਮ ਤੇ ਸਟੇਡੀਅਮ ਬਣਾ ਰਹੇ ਨੇ। ਹੁਣ ਇਸ ਤਰ੍ਹਾਂ ਦੇ ਸ਼ਬਦ ਵਰਤਣਾ ਸੀ ਅਗਰ ਪਰਜੀਵੀ ਦੂਸਰੀ ਦੁਨੀਆ ਦੇ ਹੈਨਾ, ਤੁਸੀਂ ਉਹ ਸ਼ਬਦ ਅੰਦੋਲਨਕਾਰੀਆਂ ਦੇ ਲਈ ਵਰਤ ਰਹੇ ਹੋ ਤਾਂ ਤੁਸੀਂ ਕਿਸ ਨੂੰ ਆਖਣਾ ਚਾਹੁੰਦੇ ਹੋ? ਅੰਦੋਲਨ ਜਿਵੇਂ ਪਹਿਲਾਂ ਦੀ ਇੰਟਰਵਿਊ 'ਚ ਗੱਲ ਹੋਈ ਹੈ ਜਾਂ ਦੂਸਰਿਆਂ ਨੇ ਵੀ ਆਖਿਆ, ਅੰਦੋਲਨ ਕਰਨਾ ਜਿਉਂਦੇ ਹੋਣ ਦਾ ਸਬੂਤ ਹੈ। ਸੰਮਤ ਪੇਜ ਜਦੋਂ ਅਸੀਂ ਕਰਮ ਸਿੰਘ ਹਿਸਟੋਰੀਅਨ ਨੂੰ ਪੜ੍ਹਦੇ ਹਾਂ, ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਕਿ ਕਿਸੇ ਵੀ ਧਰਮ 'ਚ, ਕਿਸੇ ਵੀ ਕੌਮ 'ਚ, ਕਿਸੇ ਵੀ ਜ਼ਾਤ 'ਚ ਕਿਤੇ ਵੀ ਸੰਮਤ ਭੇਦ ਯਾਨੀ ਸੰਮਤ ਮੀਨ ਆਪਸ 'ਚ ਮਤਭੇਦ ਹੋਣਾ ਉਹ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਅਸੀਂ ਹਾਂ ਕਰਦੇ ਥੋੜੇ ਤੁਰੇ ਜਾਵਾਂਗੇ। ਅਸੀਂ ਨੋਟਬੰਦੀ ਤੇ ਹਾਮੀ ਭਰ ਦਿੱਤੀ, ਤੁਹਾਡੇ ਹੋਰ ਬਦਲਾਵਾਂ ਤੇ ਹਾਮੀ, ਤੁਸੀਂ ਆਖਿਆ ਜੀ ਕਾਲਾ ਤਾਂ ਨਾ ਆਊਗਾ, ਅਸੀਂ ਕਿਹਾ ਚਲੋ ਆਊਗਾ, ਠੀਕ ਹੈ। ਪਰ ਕਿਤੇ ਜਾ ਕੇ ਤਾਂ ਸਾਨੂੰ ਵੀ ਉਹ ਚੀਜ਼ਾਂ ਦੀ ਸਮਝ ਆਉਂਦੀ ਹੈ। ਜਦੋਂ ਹੁਣ ਪ੍ਰੋਬਲਮ ਇੱਥੇ ਹੀ ਹੈ ਨਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪਰਜੀਵੀ ਤਾਂ ਨੇ ਕਿਉਂਕਿ ਭਗਤ ਨਹੀਂ। ਭਗਤਾਂ ਨੇ ਤਾਂ ਹੁਣ ਅੱਖਾਂ ਮੀਚ ਕੇ ਆਖ ਦੇਣਾ ਵੀ ਇਹ ਸਹੀ ਹੈ ਜੀ, ਜੋ ਕਰ ਰਹੇ ਆ ਸਹੀ ਹੈ। ਉਹ ਪਰਜੀਵੀ ਤਾਂ ਲੱਗੇ ਨਾ ਕਿਉਂਕਿ ਅਸੀਂ ਅੱਖਾਂ ਖੋਲੀਆਂ, ਅਸੀਂ ਜ਼ੁਬਾਨ ਖੋਲ ਲਿੱਤੀ, ਅਸੀਂ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾ ਦਿੱਤੀ। ਆਖਦੇ ਨੇ ਕਿ ਹਾਕਮ ਸਿਰਫ ਉਹਨਾਂ ਤੋਂ ਡਰਦਾ ਜੋ ਹਾਕਮ ਤੋਂ ਨਹੀਂ ਡਰਦੇ। ਇਹ ਉਹਦੇ ਡਰ ਦੇ ਸ਼ਬਦ ਨੇ ਹਨਾ। ਕੋਈ ਤੀਰ ਨਾਲ ਤੇ ਬੰਦਾ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰੂ, ਉਹ ਜਿਵੇਂ ਅਸੀਂ ਆਖਦੇ ਹਾਂ ਕਿ ਅਲੱਗ-ਅਲੱਗ ਢੰਗ ਵਰਤੇ ਜਾਂਦੇ ਨੇ, ਭਾਵੇਂ ਉਹ ਤੁਹਾਡੇ ਤੇ ਹਮਲੇ ਹੋਣ, ਉਹ ਹਮਲੇ ਹੁਣ ਹਥਿਆਰਾਂ ਦੇ ਵੀ ਹੋ ਸਕਦੇ ਆ, ਸ਼ਬਦਾਂ ਦੇ ਵੀ। ਅਸੀਂ ਵੀ ਤੇ ਉਹੀ ਕਰਦੇ ਹਾਂ, ਅਸੀਂ ਵੀ ਤੇ ਤੁਹਾਡੇ ਜ਼ਬਰ ਦੀ ਜਿਹੜੀ ਉਹਦਾ ਵਿਰੋਧ ਕਰਦੇ ਹਾਂ, ਉਹ ਕਲਮਾਂ ਦੇ ਨਾਲ ਵੀ ਕਰਦੇ ਹਾਂ ਤੇ ਅਸੀਂ ਆਪਣੇ ਐਕਸ਼ਨਸ ਦੇ ਨਾਲ ਵੀ ਕਰਦੇ ਹਾਂ। ਸੇਮ ਉਹ ਕਰਦੇ ਨੇ, ਆਪਣੇ ਸ਼ਬਦਾਂ ਨਾਲ ਤੋੜਦੇ ਨੇ, ਆਪਣੀਆਂ ਕਲਮਾਂ ਨਾਲ ਸਾਨੂੰ ਤੋੜਦੇ ਨੇ। ਜਿਹੜੇ ਇਹ ਤੁਸੀਂ IT ਸੈੱਲ ਵਰਕ ਕਰਦੇ ਨੇ, ਜਿਹੜੇ ਇਹ ਟਰੋਲ ਕੀਤਾ ਜਾਂਦਾ, ਇਹ ਵੀ ਉਹੀ ਹੈ। ਇਹ ਸ਼ਬਦਾਂ ਦਾ ਇੱਕ ਹਮਲਾ ਹੈ ਹਨਾ। ਜਦੋਂ ਸਾਨੂੰ ਆਖਿਆ ਜਾਂਦਾ ਕਿ ਇਹ ਤਾਂ ਜੀ ਅੱਤਵਾਦੀ ਨੇ, ਇਹ ਤਾਂ ਜੀ ਖਾਲਿਸਤਾਨੀ ਨੇ, ਤਾਂ ਇਹ ਵੀ ਇੱਕ ਸ਼ਾਬਦਿਕ ਹਮਲਾ। ਸਾਨੂੰ ਹੁਣ ਇਹ ਚੀਜ਼ ਤਾਂ ਸਮਝ ਜਾਣੀ ਪਊਗੀ ਕਿ ਸਾਨੂੰ ਸ਼ਬਦਾਂ ਨਾਲ ਤੋੜਨ ਦੀ ਕੋਸ਼ਿਸ਼ ਹੈ। ਅਸੀਂ ਉਹਨਾਂ ਚੀਜ਼ਾਂ ਦਾ ਜਵਾਬ ਵੀ ਅੱਗੋਂ ਸ਼ਬਦਾਂ ਨਾਲ ਹੀ ਦੇਦੇ ਹਾਂ। ਤੁਸੀਂ ਜੇ ਇੱਕ ਤੁਸੀਂ ਵੀ ਲੜਕੀ ਦੇ ਪੱਖ ਤੋਂ, ਜੇ ਇੱਕ ਮਾਡਰਨ ਪੱਖ ਤੋਂ ਦੇਖਦੇ ਹੋ, ਜਿਹੜਾ IT ਸੈੱਲ ਵਾਲਾ ਫੰਡ ਹੈਗਾ, ਇਹਨੂੰ ਕਿਵੇਂ ਤੁਸੀਂ ਦੇਖਦੇ ਹੋ? ਜਦੋਂ ਹੁਣ ਤੁਸੀਂ ਵੀ ਸਾਰਾ ਦਿਨ ਸੋਸ਼ਲ ਮੀਡੀਆ ਚਲਾਉਂਦੇ ਹੋਵੋਗੇ, ਵੱਖ-ਵੱਖ ਚੀਜ਼ਾਂ ਫੇਸਬੁੱਕ ਦੇ ਉੱਤੇ, YouTube ਦੇ ਉੱਤੇ, ਟਵਿੱਟਰ ਦੇ ਉੱਤੇ ਵੱਖ-ਵੱਖ ਚੀਜ਼ਾਂ ਤੁਸੀਂ ਦੇਖਦੇ ਹੋਵੋਗੇ, ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਨਜ਼ਰ ਤੋਂ? ਦੇਖੋ ਹਰ ਚੀਜ਼ ਦੇ ਨਾ ਮੈਰਿਟਸ ਡਿਮੈਰਿਟਸ ਹੁੰਦੇ ਆ, ਤੁਸੀਂ ਉਹ 'ਚੋਂ ਚੰਗਾ ਵੀ ਲੈ ਸਕਦੇ ਹੋ, ਮਾੜਾ ਵੀ। ਹੁਣ ਇਸ ਸਮੇਂ ਦੇ ਦੌਰਾਨ ਜਦੋਂ 26 ਵਾਲੀ ਘਟਨਾ ਵਾਪਰਦੀ ਹੈ, ਉਸ ਤੋਂ ਬਾਅਦ ਬੜਾ ਇੱਕ ਵੰਡਿਆ ਜਾਂਦਾ ਸਭ ਕੁਝ, ਅਲੱਗ-ਅਲੱਗ ਖਿੱਤੇ ਖੜੇ ਹੋ ਜਾਂਦੇ ਨੇ ਹਨਾ, ਵੀ ਮੈਂ ਇਸ ਦਾ, ਮੈਂ ਇਸ ਦਾ, ਮੈਂ ਵੀ ਆ, ਇਹ ਸਭ ਕੁਝ ਚੱਲਦਾ ਲਗਾਤਾਰ। ਤਾਂ ਉੱਥੇ ਕਈ ਜਣਿਆਂ ਦਾ ਕਲੈਸ਼ ਹੁੰਦਾ। ਅਸੀਂ ਜੋ ਲਗਾਤਾਰ ਕਰਦੇ ਰਹੇ ਕਿ ਆਪਾਂ ਜੀ ਏਕਤਾ ਬਣਾਈ ਰੱਖਣਾ, ਮੈਸੇਜ ਸਿਰਫ ਹੋ ਜਾਵੇ ਜਿਹਦੇ ਨਾਲ ਏਕਤਾ ਸ਼ੋ ਹੋਵੇ, ਇਹ ਵੰਡੀਆਂ ਪਾਉਣ ਵਾਲਾ ਕੁਝ ਨਾ ਸਾਹਮਣੇ ਆਵੇ। ਤਾਂ ਲੋਕਾਂ ਨੇ ਆਖਿਆ ਤੁਹਾਨੂੰ ਸਮਝ ਨਹੀਂ ਆਉਂਦੀ, ਫਲਾਨਾ ਤਾਂ ਐਦਾਂ, ਤੁਸੀਂ ਉਹਦੇ ਬਾਰੇ ਹਨਾ ਕਿਉਂ ਨਹੀਂ ਬੋਲਦੇ? ਤਾਂ ਅਸੀਂ ਸਿਰਫ ਇਸ ਚੀਜ਼ ਨੂੰ ਮੰਨਦੇ ਹਾਂ ਕਿ ਸਮਾਂ ਹਰ ਚੀਜ਼ ਦਾ ਜਵਾਬ ਦਿੰਦਾ ਹੈ। ਦੇਤਾ ਸਮੇਂ ਨੇ ਆਪਣੇ ਆਪ ਉਸ ਚੀਜ਼ ਦਾ ਜਵਾਬ ਦਿੱਤਾ। ਹਰ ਚੀਜ਼ ਦੇ ਲਈ ਇੱਕ ਸਮਾਂ ਆਉਂਦਾ। ਇਹ ਟ੍ਰੋਲਿੰਗ ਜੇ ਤੁਸੀਂ ਦੇਖੋ ਤਾਂ ਜੇ ਹੁਣ ਸਾਡੇ ਸੈਲੀਬ੍ਰਿਟੀਜ਼ ਨੂੰ ਦੇਖੀਏ, ਬੜੇ ਵੱਡੇ ਪੱਧਰ ਤੇ ਟ੍ਰੋਲਿੰਗ ਹੁੰਦੀ ਹੈ, ਪਰ ਉਹ ਇਸ ਚੀਜ਼ ਦਾ ਅਸਰ ਨਹੀਂ ਮੰਨਦੇ। ਹਾਂ, ਤੁਸੀਂ ਕਿਸੇ ਚੀਜ਼ ਦਾ ਸੱਚ ਨਿਖੇੜਨਾ ਹੈ ਤਾਂ ਤੁਸੀਂ ਉਸ ID ਨੂੰ ਓਪਨ ਕਰੋ, ਉਹਨੂੰ ਓਪਨ ਕਰਕੇ ਉਹਦੀਆਂ ਤਸਵੀਰਾਂ ਦੇਖੋ, ਨਾਮ ਦੇਖੋ, ਉਹਦੀਆਂ ਫੋਟੋਗ੍ਰਾਫਸ ਦੇਖੋ ਕਿਸ ਤਰ੍ਹਾਂ ਦੀਆਂ ਪਾਈਆਂ ਹੋਈਆਂ। ਜ਼ਿਆਦਾਤਰ ਟ੍ਰੋਲਿੰਗ ਵਾਲੇ ਜਿਹੜੀਆਂ ਫੇਕ IDs ਨੇ ਹਨਾ, ਮੈਂ ਅਕਸਰ ਜਦੋਂ ਕਿਸੇ ਨੂੰ ਐਡ ਕਰਦੇ ਹਾਂ ID ਦੇ ਵਿੱਚ, ਇਹ ਦੇਖੀਦਾ ਵੀ ਉਹਨੇ ਆਪਣੀ ਫੈਮਿਲੀ ਦੀਆਂ ਕਿੰਨੀਆਂ ਪੋਸਟਰਸ ਪਾਈਆਂ ਹੋਈਆਂ। ਹੁਣ ਇਹਨੂੰ ਕਈ ਇਹ ਵੀ ਆਖ ਸਕਦਾ ਕਿ ਛੋਟੀ ਸੋਚ ਹੈ, ਪਰ ਇੱਕ ਸਿਕਿਉਰਡ ਉਹ ਵੀ ਹੈ ਕਿ ਅਗਰ ਉਹਦੀ ਆਪਣੀ ਫੈਮਿਲੀ ਉੱਥੇ ਮੌਜੂਦ ਹੈ, ਯਾਨੀ ਉਹਨੇ ਉਹ ਗੱਲ ਹੁੰਦੀ ਹੈ ਨਾ ਵੀ ਆਪਣੀ ਫੈਮਿਲੀ ਨੂੰ ਸਪੇਸ ਦਿੱਤੀ ਹੋਈ ਹੈ, ਤੁਸੀਂ ਦੂਜੇ ਨੂੰ ਤਾਂ ਕਹਿ ਰਹੇ ਹੋ ਕਿ ਵਧੋ, ਅੱਗੇ ਵਧੋ, ਤੁਸੀਂ ਕਮਾਲ ਦੀ ਲੇਖਾ, ਤੁਸੀਂ ਤਾਂ ਜੀ ਸਮਾਜ ਬਦਲ ਦੋਗੇ, ਤੇ ਤੁਹਾਡਾ ਆਪਣਾ ਸਮਾਜ ਤੁਸੀਂ ਪਰਦੇ ਦੇ ਪਿੱਛੇ ਰੱਖਿਆ ਹੋਇਆ। ਤਾਂ ਮੈਂ ਉਹ ਚੀਜ਼ਾਂ ਆਪਾਂ ਦੇਖੀਏ ਵੀ ਉਹ ਬੰਦੇ ਅਸਲ ਨੇ, ਉਹਨਾਂ ਨੇ ਕਿਸੇ ਹੋਰ ਚੀਜ਼ ਤੇ ਵੀ ਗੱਲ ਕੀਤੀ ਹੋਈ ਆ ਕਦੀ, ਜਾਂ ਇੱਕਦਮ ਖੁੰਭ ਵਾਂਗੂ ਪੈਦਾ ਹੋਏ ਤੇ ਉਹ ਇੱਕਦਮ ਖਾਲਿਸਤਾਨੀ ਬਣ ਗਏ ਜੀ, ਇੱਕਦਮ ਉਹਨਾਂ ਦੇ ਹੱਥਾਂ 'ਚ ਕੇਸਰੀ ਝੰਡੇ ਆ ਗਏ, ਜਾਂ ਇੱਕਦਮ ਉਹ ਜਿਹੜੇ ਆ ਅੰਦੋਲਨਕਾਰੀ ਬਣ ਗਏ ਨੇ ਹਨਾ, ਉਹਨਾਂ ਦਾ ਬੈਕਗ੍ਰਾਉਂਡ ਕੀ ਜਾਂਦਾ? ਸਿਮਰਨ, ਤੁਸੀਂ ਜਿਹੜਾ ਇਹ ਪੱਖ ਆ ਸਿੱਖ ਵਰਸਸ ਕਾਮਰੇਡ ਹੋਇਆ ਜਿਹੜਾ, ਇਹਨੂੰ ਕਿਵੇਂ ਦੇਖਦੇ ਹੋ? ਇਹ ਤੇ ਬੜਾ
ਚੀਜ਼ਾਂ ਆਈਆਂ, ਖਾਸ ਕਰਕੇ ਜੇ ਫੇਸਬੁੱਕ ਦੀ ਗੱਲ ਕਰਦੇ ਆ, ਬਹੁਤ ਜ਼ਿਆਦਾ ਟਿੱਪਣੀਆਂ ਹੋ ਰਹੀਆਂ ਗਈਆਂ ਇਸ ਚੀਜ਼ ਨੂੰ ਦੇਖ ਕੇ। ਪਰ ਜਦੋਂ ਅਸੀਂ ਗੱਲ ਕਰਦੇ ਆ ਕਿਸਾਨ ਆਗੂਆਂ ਦੇ ਨਾਲ ਤਾਂ ਉਹ ਇਸ ਗੱਲ ਨੂੰ ਇਗਨੋਰ ਵੀ ਕਰਦੇ ਨੇ, ਹਾਲਾਂਕਿ ਉਹਨਾਂ ਨੂੰ ਪਤਾ ਹੈ ਇਹ ਗੱਲ, ਇਹ ਗੱਲਾਂ ਦਾ ਪਤਾ ਹੁੰਦਾ, ਪਰ ਉਹ ਇਗਨੋਰ ਕੀਤੀਆਂ ਜਾਂਦੀਆਂ ਗਈਆਂ। ਪਰ ਗਰਾਊਂਡ ਦੀ ਰਿਐਲਿਟੀ ਕੁਝ ਹੋਰ ਹੁੰਦੀ ਹੈ, ਸੋਸ਼ਲ ਮੀਡੀਆ ਤੇ ਕੁਝ ਹੋਰ ਹੁੰਦੀ ਹੈ। ਇਹ ਦੋਨੇ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਸਿੱਖ ਵਰਸਸ ਕਾਮਰੇਡ ਵਾਲੀ? ਇਹ ਫਿਰ ਉਹੀ ਇਹ ਸ਼ਾਬਦਿਕ ਆਪਣਾ ਹਮਲਾ ਹੈਨਾ, ਖਾਲਿਸਤਾਨੀ ਵੀ ਪਹਿਲਾਂ ਸ਼ਬਦ ਵਰਤੇ ਗਏ, ਅੱਤਵਾਦੀ ਵੀ ਵਰਤੇ ਗਏ, ਫਿਰ ਇਹ ਸਿੱਖ ਕਾਮਰੇਡ ਦਾ ਮਸਲਾ ਲੈ ਕੇ ਆਇਆ ਗਿਆ, ਫਿਰ ਉਹਨਾਂ ਨੇ ਅਲੱਗ-ਅਲੱਗ ਨਾਵਾਂ ਦੇ ਨਾਲ ਮਸਲਾ ਉਭਾਰਿਆ ਹੈਨਾ। ਇਹ ਟ੍ਰੋਲਿੰਗ ਵਾਲਾ ਉਹੀ ਹਿੱਸਾ, ਆਈਟੀ ਸੈਲਸ ਦਾ ਹਿੱਸਾ। ਜੇ ਹੁਣ ਇਸ ਚੀਜ਼ ਨੂੰ ਅਸੀਂ ਖੋਲ ਕੇ ਦੇਖੀਏ, ਸਾਡੇ ਕਿਸਾਨ ਆਗੂ ਜਾਂ ਜਿਹੜੇ ਉੱਥੇ ਬੈਠੇ ਨੇ ਬਹੁਤ ਜਾਣੇ, ਉਹ ਸਿੱਖ ਵੀ ਨੇ ਤੇ ਕਾਮਰੇਡ ਵੀ ਨੇ। ਸਾਡੇ ਤੇ ਜਿਹੜੇ ਗੁਰੂ ਸੀ ਉਹ ਖੁਦ ਕਾਮਰੇਡੀ ਵਿਚਾਰਾਂ ਦੇ ਸੀ। ਗੁਰੂ ਨਾਨਕ ਤੋਂ ਵੱਡਾ ਕਾਮਰੇਡ ਕੌਣ ਹੋ ਸਕਦਾ? ਹੁਣ ਤੁਸੀਂ ਕਾਮਰੇਡੀ ਨੂੰ ਨਾਸਤਿਕਤਾ ਨਾਲ ਕਿਉਂ ਜੋੜਦੇ ਹੋ? ਇਹ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਅਸੀਂ ਆਸਤਿਕ ਨਾਸਤਿਕਤਾ ਹੁੰਦਾ, ਪਰ ਇਹ ਕਾਮਰੇਡ ਤੇ ਸਿੱਖ ਹੋਣਾ, ਇਹ ਦੋਨੋਂ ਚੀਜ਼ਾਂ ਚੋਂ ਸਿੱਖ ਹੋਣ ਦਾ ਮਤਲਬ ਕੀ ਹੈ ਹਨਾ? ਇੱਕ ਤਾਂ ਸਿੱਖਣ ਵਾਲਾ ਲਗਾਤਾਰ, ਦੂਸਰਾ ਉਹਨੇ ਜਿਹੜੀ ਇਹ ਪਖੰਡਵਾਦ ਉਹ ਤੋਂ ਪਾਸੇ ਹੋਣਾ। ਕਾਮਰੇਡੀ ਚ ਕੀ ਹੈ? ਤਰਕਸ਼ੀਲਤਾ ਪਖੰਡਵਾਦ ਤੋਂ ਪਾਸੇ ਆ। ਯਾਨੀ ਕਿ ਇਹ ਜਾਣ ਬੁੱਝ ਕੇ ਕ੍ਰੀਏਟ ਕੀਤੀਆਂ ਹੋਈਆਂ, ਸਰਕਾਰੀ ਵੀ ਹੋ ਸਕਦਾ, ਪ੍ਰੋਜੈਕਟਡ ਵੀ ਹੋ ਸਕਦੀਆਂ ਚੀਜ਼ਾਂ। ਜਦੋਂ ਕਿਸੇ ਦੇ ਇੱਕ ਦੇ ਬਿਆਨ ਨੂੰ ਚੱਕ ਲੈਣਾ, ਹੁਣ ਉਹ ਬੰਦੇ ਜਿਹੜੇ ਖੁਦ ਨਿਤਨੇਮ ਕਰਦੇ ਨੇ ਉਹਨਾਂ ਨੂੰ ਤੁਸੀਂ ਕਾਮਰੇਡ ਕਹਿ ਕੇ ਭੰਡ ਦੋਗੇ, ਜਾਂ ਜਿਹੜੇ ਪਰਸਨ ਪੂਰੇ ਤਰਕਸ਼ੀਲ ਵਿਚਾਰਾਂ ਦੇ ਨੇ ਉਹਨਾਂ ਨੂੰ ਤੁਸੀਂ ਆਖੇ ਜਾਓ ਨਹੀਂ ਤੇ ਇਕੱਲਾ ਖਾਲਿਸਤਾਨੀਆਂ। ਇਹ ਨਹੀਂ ਹੋ ਸਕਦਾ। ਜਿਹੜਾ ਨੌਜਵਾਨ ਵਾਲਾ ਪੱਖ ਆ ਉਹਨੂੰ ਕਿਵੇਂ ਦੇਖਦੇ ਹੋ? ਖਾਸ ਕਰਕੇ ਜੇ ਅਸੀਂ ਗੱਲ ਕਰਦੇ ਹਾਂ ਦੀਪ ਸਿੱਧੂ, ਲੱਖੇ ਸਿਧਾਣੇ ਦੀ ਗੱਲ ਹੁੰਦੀ ਆ, ਇੱਕ ਪਾਸੇ ਫਿਰ ਜਥੇਬੰਦੀਆਂ ਦੇ ਜਿਹੜੇ ਵੱਡੇ ਆਗੂ ਆ, ਸਰਦਾਰ ਬਲਵੀਰ ਸਿੰਘ ਰਾਜੇਵਾਲ ਹੋ ਗਏ, ਜੋਗਿੰਦਰ ਸਿੰਘ ਅਗਰਾਹਾਂ ਜੀ ਹੋ ਗਏ, ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬੈਲੈਂਸ ਕਿਵੇਂ ਕਰ ਪਾਉਂਦਾਗਾ ਬੰਦਾ ਦਿਮਾਗ ਦੇ ਵਿੱਚ ਵੀ ਹਾਂ ਇਹ ਚੀਜ਼ਾਂ ਦੋਨੇ ਆਪਣੀ ਜਗ੍ਹਾ ਤੇ ਠੀਕ ਨੇ, ਵਿਚਾਰਧਾਰਕ ਮਤਭੇਦ ਹੈਗੇ ਨੇ, ਪਰ ਇਹ ਨਹੀਂ ਹੋਣੇ ਚਾਹੀਦੇ ਸੀ। ਚਲੋ ਉਹ ਕ੍ਰੀਏਟ ਕੀਤੇ ਗਏ ਹੋ ਜਾਂਦੇ ਨੇ। ਇਹ ਦੋਨੇ ਚੀਜ਼ਾਂ ਨੂੰ ਲੱਖੇ ਵਾਲਾ ਤੇ ਦੀਪ ਵਾਲਾ ਫੈਕਟਰ ਕਿਵੇਂ ਦੇਖਦੇ? ਦੇਖੋ, ਮੈਂ ਉਹਨਾਂ ਨਾਵਾਂ ਨੂੰ ਪਾਸੇ ਛੱਡਦੀ ਹਾਂ। ਮੈਂ ਜੇ ਇਸ ਤੁਹਾਨੂੰ ਕਹਾਂ ਕਿ ਇਸ ਵਿਚਾਰਧਾਰਕ ਮਤਭੇਦ ਚੋਂ ਬਾਹਰ ਕਿਵੇਂ ਆਉਣਾ, ਤਾਂ ਉਹਦੇ ਬਾਹਰ ਆਉਣ ਦਾ ਇੱਕੋ ਤਰੀਕਾ ਫੇਸਬੁੱਕ ਬੰਦ ਕਰ ਦਿਓ, ਘੱਟੋ ਘੱਟ ਕੁਝ ਦਿਨਾਂ ਲਈ, ਤੇ ਸਿੱਧਾ ਬਾਰਡਰ ਤੇ ਚਲੇ ਜਾਓ। ਉੱਥੇ ਜਿਹੜੇ ਹੁਣ ਨੌਜਵਾਨ ਬੈਠੇ ਨੇ ਉਹ ਕੋਈ ਨਹੀਂ ਕਿਸੇ ਦਾ ਸਪੋਰਟਰ, ਨਾ ਉਹ ਕਿਸਾਨ ਆਗੂਆਂ ਪਿੱਛੇ ਗਏ ਨੇ, ਨੌਜਵਾਨ ਨਹੀਂ ਬਲਕਿ ਕੋਈ ਵੀ ਅਗਰ ਗਏ ਆ। ਮੈਂ ਜਿਸ ਦਿਨ ਵਾਪਸ ਆਏ ਆ, ਅਸੀਂ 28 ਦੀ ਸਵੇਰ ਵਾਪਸ ਆਏ ਆ ਹਨਾ, ਅਸੀਂ ਆਉਂਦੇ ਹੋਏ ਹੁਣ 27 ਦੀ ਸਵੇਰ ਆਉਂਦੇ ਹੋਏ ਟਰਾਲੀਆਂ ਆ ਰਹੀਆਂ ਨੇ ਲਗਾਤਾਰ। ਸਾਡੇ ਮਨਾਂ 'ਚ ਵੀ ਰਿਹਾ ਵੀ ਕਿਤੇ ਤਾਂ ਵਾਪਸ ਜਾ ਰਿਹਾ। ਅਸੀਂ ਪੁੱਛਦੇ ਰਹੇ ਵੀ ਬਾਪੂ ਜੀ ਕਿਵੇਂ ਵਾਪਸ ਚੱਲੇ ਹੋ, ਵੀ ਕੋਈ ਤੁਹਾਨੂੰ ਕੋਈ ਘਟਨਾ ਕਰਕੇ? ਉਹ ਕਹਿੰਦੇ ਕਿਹੜੀ ਘਟਨਾ? ਵੀ ਜੋ ਹੋਇਆ ਸਭ ਹੋ ਗਿਆ, ਅਸੀਂ ਤਾਂ ਜੀ ਗਏ ਸੀ ਤੇ ਜਾਣਾ ਹੀ ਸੀ ਵਾਪਸ, ਹੁਣ ਸਾਡੇ ਦੂਜੇ ਜਥੇ ਨੇ ਆਉਣਾ। ਘੱਟੋ ਘੱਟ ਰਤਨ ਜੀ 10-15 ਸੀ ਲਿਫਟ ਲੈ ਕੇ ਆਏ ਸੀ, 10-15 ਜਾਣਿਆਂ ਨਾਲ ਇਹ ਗੱਲ ਹੋਈ, ਸਾਰੇ ਹੀ ਇਦਾਂ ਸੀ। ਹੁਣ ਦੇਖੋ, ਜੇ ਇੱਕਦਮ ਇੰਨਾ ਇਕੱਠ ਉੱਥੇ ਪਹੁੰਚਿਆ ਤਾਂ ਇਹਦਾ ਮਤਲਬ ਉਹ ਸਪੈਸ਼ਲ ਉਹਦੇ ਲਈ ਪਹੁੰਚੇ ਸੀ। ਉੱਥੇ ਪ੍ਰਚਾਰ ਹੋਣਾ ਐ ਹੋ ਗਿਆ, ਇਹਦੇ ਕਰਕੇ ਇਹਦੇ ਠੇਸ ਕਿਸੇ ਨੂੰ ਪਹੁੰਚੀ ਹੋਏਗੀ, ਜਜ਼ਬਾਤਾਂ ਨੂੰ, ਕੁਝ ਚੀਜ਼ਾਂ ਗਲਤ ਪ੍ਰੋਜੈਕਟਡ ਵੀ ਹੋਈਆਂ ਹੋਣਗੀਆਂ। ਪਰ ਮੈਂ ਫਿਰ ਉਹਨਾਂ ਸਾਰੀਆਂ ਚੀਜ਼ਾਂ 'ਚ ਕਹਿੰਦੀ ਹਾਂ, ਸਮਾਂ ਜਵਾਬ ਦੇਗਾ ਤੇ ਸਮਾਂ ਜਵਾਬ ਦਿੰਦਾ ਵੀ ਹੈ। ਤੁਸੀਂ ਸਿਰਫ ਤੇ ਸਿਰਫ 3 ਬਿੱਲਾਂ ਤੇ ਜਿਹੜਾ ਆਪਾਂ ਕਨਸੈਂਟਰੇਟ ਕਰਨਾ, ਆਪਾਂ ਕਿਉਂ ਇੱਕ ਦੂਜੇ ਦੇ ਵਿਰੋਧੀ ਹੋ ਕੇ? ਫਿਰ ਤਾਂ ਆਪਾਂ ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਗਿਆ, ਦੋਸਤ ਦਾ ਦੋਸਤ ਦੁਸ਼ਮਣ ਹੋ ਗਿਆ ਹਨਾ। ਆਪਾਂ ਸਿਰਫ 2 ਧਿਰਾਂ ਰਹੀਏ, ਜਿਨ੍ਹਾਂ ਨੇ ਸਿਰਫ ਕਾਨੂੰਨ ਰੱਦ ਕਰਵਾਉਣੇ ਆ, ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਆਪਣਾ ਪ੍ਰੋਟੈਸਟ ਦਿਖਾਉਣਾ ਹੈ। ਹੁਣ ਉੱਥੇ ਜਦੋਂ ਅਸੀਂ ਜਾਂਦੇ ਆ, ਅਸੀਂ ਨਾ ਕਿਸੇ ਆਗੂ ਦੀ ਅਪੀਲ ਤੇ ਗਏ ਸਾਂ, ਨਾ ਅਸੀਂ ਕਿਸੇ ਦੀਪ ਸਿੱਧੂ ਦੀ ਅਪੀਲ ਤੇ, ਨਾ ਅਸੀਂ ਲੱਖੇ ਸਿਧਾਣੇ ਦੀ ਅਪੀਲ ਤੇ ਗਏ ਸੀ। ਅਸੀਂ ਆਪਣੀ ਆਵਾਜ਼ ਲੈ ਕੇ ਗਏ ਸੀ ਜਿਹੜੀ ਸਿਰਫ ਤੇ ਸਿਰਫ ਸਰਕਾਰ ਦੇ ਖਿਲਾਫ ਹੈ। ਹਾਲਾਂਕਿ ਜਿਹੜੇ ਆਗੂ ਆ, ਚਾਹੇ ਉਹ ਇਧਰ ਨੌਜਵਾਨਾਂ ਵਾਲੀ ਧਿਰ ਹੋਵੇ, ਚਾਹੇ ਉਹ ਕਿਸਾਨ ਜਥੇਬੰਦੀਆਂ ਵਾਲੀ ਧਿਰ, ਉਹ ਵੀ ਇਹ ਚੀਜ਼ ਕਹਿੰਦੇ ਆ ਵੀ ਸਭ ਆਪੋ ਆਪਣੀ ਲੋੜ ਨੂੰ ਆਏ ਆ ਭਾਈ। ਬਿਲਕੁਲ। ਪਰ ਜਿਹੜਾ ਅਸਲ ਦੇ ਵਿੱਚ ਸਮਝਿਆ ਕਿਉਂ ਨਹੀਂ ਜਾਂਦਾ, ਉਹ ਫਿਰ ਵੀ ਇਸ ਚੀਜ਼ ਨੂੰ ਉਵੇਂ ਨਹੀਂ ਸਮਝਿਆ ਜਾਣਾ ਜਿਵੇਂ ਸਮਝਿਆ ਜਾਣਾ ਚਾਹੀਦਾਗਾ। ਇਹ ਕਿੱਥੇ ਘਟ ਰਹੇ ਜਾਂਦੀ ਆ? ਫਿਰ ਮੈਂ ਉਹੀ ਕਹਿ ਰਹੀ ਹਾਂ ਨਾ ਕਿ ਇਹ ਸੋਸ਼ਲ ਮੀਡੀਆ ਇਲੂਜ਼ਨ ਹੈ। ਵਿਚਾਰ ਬਣਾ ਦਿੰਦਾ, ਤੁਹਾਡੇ ਵਿਚਾਰ ਬਣਾਉਣ ਦਾ ਨੋ ਡਾਊਟ। ਤੁਸੀਂ ਜਿਵੇਂ ਭਾਈ ਮੰਨਾ ਸਿੰਘ ਇੱਕ ਵਾਰ ਕਿਤੇ ਸਫ਼ਰ ਕਰ ਰਹੇ ਸੀ ਜੀ, ਉਹ ਕਾਰ ਤੋਂ ਬਾਹਰ ਦੇਖਦੇ ਜਾ ਰਹੇ ਆ, ਕਾਰ ਤੋਂ ਬਾਹਰ ਲਗਾਤਾਰ ਪੈਂਫਲੇਟਸ ਲੱਗੇ ਹੋਏ ਨੇ, ਉਹ ਖਿੱਚ ਗਏ, ਬੁੰਦ ਲਾ ਗਏ, ਕਹਿੰਦੇ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਮੇਰੀ ਬਿਰਤੀ ਨੂੰ ਤੋੜਨ ਦਾ? ਤੁਸੀਂ ਬਾਹਰ ਖੂਬਸੂਰਤੀ ਦੇਖਦੇ ਜਾ ਰਹੇ ਹੋ, ਤੁਹਾਡੇ ਮਨ 'ਚ ਵਿਚਾਰ ਹੈ, ਤੁਹਾਡੀ ਨਿਗਾਹ ਪੈਂਦੀ ਹੈ ਕਿਸੇ ਐਡ ਤੇ। ਇੱਕ ਜਰਨਲਿਜ਼ਮ ਦੀ ਕਲਟੀਵੇਸ਼ਨ ਥਿਊਰੀ ਹੈ। ਕਲਟੀਵੇਸ਼ਨ ਥਿਊਰੀ ਇਜ਼ ਕਿ ਤੁਸੀਂ ਅਗਰ ਪੱਥਰ ਤੇ ਪਾਣੀ ਦੀ ਬੂੰਦ ਪਾਉਂਦੇ ਜਾਓਗੇ, ਉਹਦੇ ਉੱਤੇ ਵੀ ਚਟਾਕ ਪਊਗਾ, ਹਾਲਾਂਕਿ ਉਹ ਪੱਥਰ ਹੈ। ਫਿਰ ਸੋਸ਼ਲ ਮੀਡੀਆ ਤੇ ਤੁਹਾਨੂੰ ਹਰ ਦੂਜੀ ਤੀਜੀ ਪੋਸਟ, ਹੁਣ ਜਿਹਦੀ ਆਈਟੀ ਸੈੱਲ ਜ਼ਿਆਦਾ ਚੱਲ ਰਹੇ ਆ, ਜਿਹਨੇ ਪੈਸਾ ਵੱਧ ਲਾ ਲਿਆ, ਜਿਹਨੇ ਵੱਧ ਬੰਦੇ ਖਰੀਦ ਲਏ, ਉਹ ਨਾ ਜ਼ਿਆਦਾ ਉਸ ਚੀਜ਼ ਨੂੰ ਘੁਮਾਈ ਜਾਊਗਾ
ਹੈ ਨਾ। ਅਸੀਂ ਵੀ ਤਾਂ ਸੋਚਦੇ ਹਾਂ ਵੀ ਮੋਦੀ ਦੇ ਏਡੇ ਘਟੀਆ ਕੰਮ ਹੋਏ ਨੇ, ਹਰ ਇੱਕ ਬੰਦਾ ਤਪਿਆ, ਫਿਰ ਵੀ ਉਹਦੀ ਜੈ ਜੈਕਾਰ ਕਿਵੇਂ ਹੋਈ ਜਾਂਦੀ ਆ? ਉਹ ਸੋਸ਼ਲ ਮੀਡੀਆ ਤੇ ਹੋ ਰਹੀ ਆ। ਤੇ ਤੁਸੀਂ ਇੱਥੇ ਕਾਲਜ ਦੇ ਵਿੱਚ ਐਜ਼ ਅ ਪ੍ਰੋਫੈਸਰ ਆ ਰਹੇ ਹੋ, ਬੱਚਿਆਂ ਦੇ ਵਿੱਚ ਤੇ ਖਾਸ ਕਰਕੇ ਜਿਹੜੇ ਤੁਹਾਡੇ ਕੁਲੀਗ ਨੇ ਉਹਨਾਂ ਦੇ ਵਿੱਚ ਕੀ ਡਿਸਕਸ ਹੁੰਦਾਗਾ ਅੰਦੋਲਨ ਨੂੰ ਲੈ ਕੇ ਗਰਾਊਂਡ ਦੇ ਉੱਤੇ? ਕੀ ਅਸੀਂ ਇਸ ਚੀਜ਼ ਨੂੰ ਬਹੁਤ ਪੋਜ਼ਿਟਿਵ ਲੈਂਦੇ ਆ ਵੀ ਅੱਗੇ ਅਸੀਂ ਬੈਠਦੇ ਹੁੰਦੇ ਸੀ, ਹੋਰ ਤਰ੍ਹਾਂ ਦੀਆਂ ਚਰਚਾਵਾਂ ਸੀ। ਸਭ ਤੋਂ ਵੱਡੀ ਖੂਬਸੂਰਤੀ ਹੋਈ ਹੈ ਕਿ ਸਾਡੀਆਂ ਚਰਚਾਵਾਂ ਜਿਹੜੀਆਂ ਨੇ ਉਹ ਬਦਲ ਗਈਆਂ। ਸਾਡੀ ਬੈਠ ਕੇ ਜਿਹੜੀ ਗੱਲਬਾਤ ਹੁੰਦੀ ਹੈ, ਡਿਬੇਟ ਹੁੰਦੀ ਆ, ਵੀ ਉਹਦੇ ਵਿੱਚ ਅਸੀਂ ਇਮੋਸ਼ਨਲ ਵੀ ਹੁੰਦੇ ਆ। ਅਸੀਂ ਕੁਝ ਲੋਕ ਆਪਸ 'ਚ ਅਟੈਚ ਹੋ ਗਏ ਬਹੁਤ ਚੰਗੀ ਤਰ੍ਹਾਂ, ਹੈ ਨਾ। ਅਸੀਂ ਇੱਥੋਂ ਸਲਾਹਾਂ ਕਰਕੇ ਇੱਕ ਦੂਜੇ ਨੂੰ ਆਖਿਆ ਵੀ ਜਦੋਂ ਮੈਂ ਜਾ ਕੇ ਆਈ ਕਾਲਜ 'ਚ, ਸਭ ਤੋਂ ਪਹਿਲਾਂ ਪ੍ਰਿੰਸੀਪਲ ਸਰ ਨੇ ਵੀ ਪੁੱਛਿਆ ਵੀ ਸਿਮਰਨ ਜਾ ਕੇ ਆਏ ਹੋ, ਕੀ ਮਾਹੌਲ ਕਿੱਦਾਂ ਦਾ ਹੈ ਨਾ। ਫਿਰ ਦੂਸਰੇ ਜਾਣੇ ਗਏ, ਸਾਡੇ ਕਾਲਜ ਦੇ ਬਹੁਤ ਸਾਰੇ ਪ੍ਰੋਫੈਸਰਸ ਜਾ ਕੇ ਆਏ ਉੱਥੇ ਲਗਾਤਾਰ। ਈਵਨ ਸਾਡੇ ਜਦੋਂ ਐਗਜ਼ਾਮਸ ਹੋਏ ਤਾਂ ਅਸੀਂ ਆਪਣੇ ਹਾਊਸ ਟੈਸਟਰਸ ਦੇ ਵਿੱਚ, ਜਿਵੇਂ ਮੈਂ ਆਪਣੇ ਸਟੂਡੈਂਟਸ ਨੂੰ ਵੱਧ ਤੋਂ ਵੱਧ ਕੁਐਸਚਨ ਪੁੱਛੇ ਕਿਸਾਨੀ ਸੰਘਰਸ਼ ਦੇ ਨਾਲ ਰਿਲੇਟਡ, ਕਿ ਬੱਚੇ ਵੀ ਉਸ ਚੀਜ਼ ਨਾਲ ਜੁੜਨ। ਸਾਡੇ ਬੱਚੇ ਜਦੋਂ ਆਉਂਦੇ ਸੀ, ਬੱਚੇ ਆਖਦੇ ਮੈਮ ਪ੍ਰੈਕਟੀਕਲ ਪੇਪਰ ਹੈ, ਇੰਨੇ ਵਜੇ ਹੋ ਜਾਏਗਾ ਜੀ, ਫਿਰ ਅਸੀਂ ਕੱਲ ਨੂੰ ਦਿੱਲੀ ਜਾਣਾ। ਬੱਚੇ ਜਿਹੜੇ ਸੀਨੀਅਰ ਵੀ ਨੇ, ਕਿਉਂਕਿ ਕਾਲਜ ਆਬਵੀਅਸ ਗੱਲ ਹੈ, ਬੱਚਿਆਂ ਨੂੰ ਨੌਲੇਜ ਹੈ। ਜਿਹੜੇ ਬੱਚਿਆਂ ਨੂੰ ਨਹੀਂ ਵੀ ਨੌਲੇਜ, ਅਸੀਂ ਇੱਕ ਅੱਗੋਂ ਵੀ ਇਹ ਪੇਸ਼ ਕਰ ਰਹੇ ਹਾਂ ਵੀ ਬੱਚੇ ਸੋਸ਼ਲ ਮੀਡੀਆ ਨਹੀਂ, ਸਾਡੇ ਕੋਲੇ ਆ ਕੇ ਪੁੱਛ ਲਓ। ਤੁਸੀਂ ਅਗਰ ਦੇਖਣਾ ਹੈ, ਤੁਸੀਂ ਰਵੀਸ਼ ਕੁਮਾਰ ਨੂੰ ਸੁਣੋ, ਜਾਂ ਤੁਸੀਂ ਆਹ ਚੈਨਲ ਸੁਣੋ, ਜਾਂ ਤੁਸੀਂ ਆਹ ਚੀਜ਼ਾਂ ਪੜ੍ਹੋ, ਫਿਰ ਤੁਹਾਨੂੰ ਕਲੀਅਰ ਹੋਊਗੀ। ਜੇ ਅੱਜ ਇਹਨਾਂ ਨੂੰ ਆਪਣੇ ਹੱਕਾਂ ਦਾ ਨਾ ਪਤਾ ਲੱਗਿਆ, ਅੱਜ ਐਡੇ ਵੱਡੇ ਇਤਿਹਾਸ ਦੇ ਵਿੱਚ ਸ਼ਾਮਲ ਨਾ ਹੋਏ, ਤਾਂ ਕੱਲ ਨੂੰ ਔਖਾ ਹੋ ਜੂ ਇਹਨਾਂ ਲਈ। ਦੁਬਾਰਾ ਇੱਕ ਧਿਰਾਂ ਖੜੀਆਂ ਹੋਣੀਆਂ ਬਹੁਤ ਔਖੀਆਂ ਨੇ। ਇੱਕ ਲੇਖਿਕਾ ਰਾਜਨੀਤਿਕ ਐਂਗਲ ਤੋਂ ਕਿਵੇਂ ਦੇਖਦੀ ਹੈ ਆਉਣ ਵਾਲੇ ਪੰਜਾਬ? ਹਲੇ ਤੋਂ ਐਵੇਂ ਕਹੀਏ ਕਿ ਦੇਖੋ, ਕਿਤੇ ਨਾ ਕਿਤੇ ਤਾਂ ਥੋੜੀ ਜੀ ਉਦਾਸੀ ਆਈ, ਹਲਕੀ ਫੁਲਕੀ, ਹੈ ਨਾ। ਕੁਝ ਘਟਨਾਵਾਂ ਤੋਂ ਬਾਅਦ ਉਦਾਸੀ ਆਈ। ਚਲੋ ਫਿਰ ਵੀ ਉਸ ਚੀਜ਼ ਤੋਂ ਪਾਸੇ ਹੋ ਕੇ ਵੀ ਮੈਂ ਇਹ ਚੀਜ਼ ਦੇਖ ਰਹੀ ਹਾਂ, ਜਿਹੜੀ ਹੁਣ ਤੱਕ ਦੀ ਤਸਵੀਰ ਹੈ ਕਿ ਪੰਜਾਬ ਦੇ ਨੌਜਵਾਨ ਦਾ ਚਿਹਰਾ ਮੂਰਾ ਜਿਹੜਾ ਲਿਸ਼ਕਿਆ, ਸੋਚ ਲਿਸ਼ਕੀ ਹੈ, ਉਹਦਾ ਜਿਹੜਾ ਅਕਸ ਧੁੰਦਲਾ ਸੀ ਉਹ ਸਾਫ਼ ਹੋਇਆ। ਦੇਖੋ ਉੱਥੇ ਜਾ ਕੇ ਉਹਨਾਂ ਨੂੰ ਨਹੀਂ ਯਾਦ ਰਿਹਾ ਕਿਹੜੇ ਸਿੰਗਰ ਅਸੀਂ, ਕਿਹਦੇ ਪਿੱਛੇ, ਜਾਂ ਸਾਡੇ ਹੋਰ ਮਸਲੇ ਕੀ ਸੀ, ਉਹ ਸਭ ਖਤਮ ਹੋ ਗਏ। ਐਡਾ ਵੱਡਾ ਇਕੱਠ ਇੰਨੇ ਲੰਬੇ ਸਮੇਂ ਤੱਕ ਚੱਲ ਜਾਣਾ, 6 ਮਹੀਨੇ, ਇਹ ਆਪਣੇ ਆਪ 'ਚ ਸਬੂਤ ਹੈ। ਮੈਂ ਹਮੇਸ਼ਾ ਇਹ ਆਖਦੀ ਹਾਂ ਕਿ ਇਸ ਅੰਦੋਲਨ ਤੋਂ ਬਾਅਦ ਜਿਹੜਾ ਸਾਡਾ ਨਕਸ਼ ਨੁਹਾਰ ਪੰਜਾਬ ਦੀ ਬਦਲੂਗੀ। ਸਾਡਾ ਬਾਹਰਲੇ ਦੇਸ਼ਾਂ ਦੇ ਵਿੱਚ, ਦੁਨੀਆ ਭਰ ਦੇ ਵਿੱਚ ਤਾਂ ਜਿਹੜਾ ਪੰਜਾਬੀਆਂ ਦਾ ਚਿਹਰਾ ਉਹ ਇੱਕ ਵੱਖਰਾ ਰੂਪ ਸਾਹਮਣੇ ਆਈ ਗਿਆ, ਹੈ ਨਾ। ਸਰਕਾਰ ਨੂੰ ਵੀ ਪਤਾ ਲੱਗ ਗਿਆ ਵੀ ਬਈ ਇਹ ਏਕਾ ਆਪਸ ਦੇ ਵਿੱਚ ਲੋਕਾਂ ਦੀ ਹਲੇ ਜ਼ਮੀਰ ਜਾਗਦੀ ਆ, ਪੂਰੀ ਤਰ੍ਹਾਂ ਨਹੀਂ ਮਰੇ ਹਲੇ, ਅਸੀਂ ਉਹਨਾਂ ਨੂੰ ਰੰਦਾ ਮਾਰ ਕੇ ਨਹੀਂ ਜਾ ਸਕਦੇ। ਔਰ ਜੇ ਪੰਜਾਬ ਦੀ ਗੱਲ ਕਰੀਏ, ਸਾਡੀਆਂ ਹੋਣ ਵਾਲੀਆਂ MC ਵੋਟਾਂ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ, ਅਸੀਂ ਉਹਦੇ ਚੰਗੀ ਤਰ੍ਹਾਂ ਜਾਣੂਗੇ। ਤੁਸੀਂ ਸ਼ਹਿਰ ਤੋਂ ਆਉਣੇ ਹੋ, ਪਰ ਇਹੀ ਗੱਲ ਤੇ ਮੈਂ ਆਉਣ ਲੱਗੀ ਸੀ। ਸ਼ਹਿਰਾਂ ਦੇ ਵਿੱਚ ਕੀ ਅਸਰ ਰਿਹਾ ਲੱਗਿਆ ਵੀ? ਪਰ ਜਿਹੜੀ ਅਸੀਂ ਤਸਵੀਰ ਦੇਖੀ ਹੈ, ਸਾਨੂੰ ਨਹੀਂ ਲੱਗਦਾ ਵੀ ਉਹਨਾਂ ਅਸਰ ਰਿਹਾ ਹੋਊ। ਨਹੀਂ, ਜੇ ਤੁਸੀਂ ਇਸ ਚੀਜ਼ ਨੂੰ ਐ ਦੇਖੋ, ਲੋਕਾਂ ਨੇ ਇਹ ਤਾਂ ਸਮਝ ਲਿਆ ਕਿ BJP ਗਲਤ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਆਇਆ ਵੀ ਗੰਗਾਧਰ ਸ਼ਕਤੀਮਾਨ ਵੀ ਹੈ। ਦੂਸਰੀ ਧਿਰ ਜਿਹੜੀ ਜਿੱਤਦੀ ਹੈ ਵੀ ਉਹ ਇਹ ਨਹੀਂ ਸਮਝੇ ਵੀ ਗੰਗਾਧਰ ਸ਼ਕਤੀਮਾਨ ਹੀ ਹੈ, ਹੈ ਨਾ। ਉਹਨਾਂ ਨੂੰ ਲੱਗਿਆ ਵੀ ਚਲੋ ਉਹ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਇਹ ਚੀਜ਼ ਹਾਲੇ ਤੱਕ, ਕਿਉਂਕਿ ਉਹ ਸ਼ਹਿਰਾਂ ਦਾ ਸੀ, ਹਜੇ ਤੱਕ ਵੀ ਬਹੁਤ ਵੱਡਾ ਤਬਕਾ ਇਸ ਚੀਜ਼ ਨੂੰ ਸਮਝ ਨਹੀਂ ਸਕਿਆ ਕਿ ਸਾਡੇ ਤੇ ਕੀ ਸੱਟ ਵੱਜੂਗੀ। ਜਦੋਂ ਵੱਡੇ ਵੱਡੇ ਡੀਮਾਰਟ ਵਰਗੇ ਖੁੱਲਦੇ ਨੇ ਤਾਂ ਉਹ 100 ਦੁਕਾਨਾਂ ਖਾ ਜਾਣਗੇ। ਇਹ ਚੀਜ਼ ਹਲੇ ਉਹਨਾਂ ਨੇ ਨਹੀਂ ਸਮਝੀ, ਉਹਨਾਂ ਨੂੰ ਲੱਗਦਾ ਵੀ ਇਦਾਂ ਕਿਵੇਂ ਹੋ ਜਾਊਗਾ, ਹੈ ਨਾ। ਤਾਂ ਉਹ ਉਸ ਚੀਜ਼ ਨੂੰ ਹਲੇ ਉਹਨਾਂ ਨੇ, ਪਰ ਜਦੋਂ ਇਹ ਪਿੰਡਾਂ ਦੇ ਵਿੱਚ ਆਊਗੀ ਚੀਜ਼ ਤਾਂ ਬਹੁਤ ਵੱਡੇ ਪੱਧਰ ਤੇ ਬਦਲਾਅ, ਮੈਨੂੰ ਲੱਗਦਾ ਕਿ ਹਜੇ ਤੱਕ ਸਾਨੂੰ ਉਹ ਚੀਜ਼ ਨਜ਼ਰ ਆਉਂਦੀ ਹੈ ਵੀ ਉਹ ਵੱਡੇ ਪੱਧਰ ਤੇ ਆਊ ਬਦਲਾਅ। ਕਿਉਂਕਿ ਜਦੋਂ ਗੱਲਾਂ ਕਰਦੇ ਆ ਆਪਸ 'ਚ, ਨੌਜਵਾਨ ਵਰਗ ਜਿਹੜਾ ਹੁਣ ਉੱਥੇ ਬੈਠਾ, ਉਹ ਆਖਦੇ ਆ ਵੀ ਆਪਾਂ ਇਹ ਜਾ ਕੇ ਵੀ ਐਂ ਰੱਖਣਾ ਕੰਟੀਨਿਊ, ਆਪਾਂ ਹੀ ਪ੍ਰਚਾਰ, ਅਸੀਂ ਖੁਦ ਕਹਿੰਦੇ ਆ ਵੀ ਆਪਣੀ ਨਖਿੱਧੀ ਹੋ ਜੂ ਜੇ ਆਪਾਂ ਜਾ ਕੇ ਚੀਜ਼ਾਂ ਖਤਮ ਕਰ ਦਾਂਗੇ। ਵਾਪਸ ਅੰਦੋਲਨ ਤੋਂ ਆ ਕੇ ਵੀ ਜੇ ਅਸੀਂ ਉਹੀ ਗੱਲ ਹੈ ਵੀ ਕਾਂਗਰਸ ਜੀ BJP, ਕਾਂਗਰਸ BJP, ਉਹ 5 ਸਾਲੀ ਖੇਡ ਚੱਲਦੀ ਹੈ, ਨਹੀਂ, ਅਸੀਂ ਆਪਣੀ ਇੱਕ ਸਪੇਸ ਕ੍ਰੀਏਟ ਕਰੀਏ। ਮਸਲਾ ਹੀ ਅਸਲ 'ਚ ਰਤਨ ਸਪੇਸ ਦਾ ਜੀ, ਅਸੀਂ ਸਪੇਸ ਦਿੰਨੇ ਆ ਜਦੋਂ ਅਸੀਂ ਆਪ ਨਹੀਂ ਆਉਂਦੇ ਅੱਗੇ, ਹੈ ਨਾ, ਤਾਂ ਉਹ ਸਪੇਸ ਮਿਲ ਜਾਂਦੀ ਹੈ, ਉਹਦੇ 'ਚ ਫਿਰ ਉਹ ਅੰਸਰ ਉਦਾਂ ਦੇ ਪੈਦਾ ਹੋ ਜਾਂਦੇ ਆ ਜੀ। ਕੁਝ ਲਿਖਿਆ ਹੋਇਆ ਅੰਦੋਲਨ ਨੂੰ ਲੈ ਕੇ, ਖਾਸ ਕਰਕੇ ਇਸਤਰੀਆਂ ਨੂੰ ਲੈ ਕੇ, ਕੁਝ ਵੀ? ਇਸਤਰੀਆਂ ਨੂੰ ਲੈ ਕੇ ਤੇ ਨਹੀਂ, ਮੈਂ ਉਹ ਪਿਛਲੀ ਜਿਹੜਾ ਪਹਿਲਾਂ ਲਿਖੀਆਂ ਸੀ ਮੈਂ ਉਹ ਕਾਫੀ ਵਾਰ ਸਾਂਝੀਆਂ ਵੀ ਕੀਤੀਆਂ ਵੀ ਇਹ ਜੋ ਨਿੱਕੀਆਂ ਕਿਰਨਾਂ ਨੇ ਨਾ ਸੂਰਜ ਬਣਨਾ ਏ, ਇੱਥੇ ਚਾਨਣ ਮੌਲੇਗਾ ਨੇਰੇ ਨੇ ਡਰਨਾ ਏ, ਹਨਾ। ਤੇ ਇਸ ਵਾਰ ਜੋ ਲਿਖਿਆ ਸੀ ਤਾਂ ਉਹ ਬੜਾ ਜ਼ਿਆਦਾ ਪਸੰਦ ਵੀ ਕੀਤਾ, ਤੇ ਇੱਕਦਮ ਜਿਵੇਂ ਆਪਾਂ ਕਹਿੰਦੇ ਨਾ ਬੜੇ ਰੋਹ ਦੇ ਵਿੱਚੋਂ ਵੀ ਜਿਵੇਂ ਆਪਾਂ ਚੀਕ ਨਿਕਲਦੀ ਆ, ਉਹ ਚੀਜ਼ ਸੀ ਕਿ ਆ ਟੋਏ ਟਿੱਬੇ ਕਿੱਲ ਤੇਰੇ, ਆ ਕਾਲੇ ਪੀਲੇ ਬਿੱਲ ਤੇਰੇ,
ਆ ਯੋਗੀ ਸ਼ਾਹ ਜੇ ਯਾਰ ਤੇਰੇ, ਆ IT ਸੈੱਲ ਹਥਿਆਰ ਤੇਰੇ, ਆ ਗੋਬਰ ਖਾਣੇ ਭਗਤ ਤੇਰੇ, ਆ ਨੈਟ ਨੁੱਟ ਵਾਲੇ ਜ਼ਬਤ ਤੇਰੇ, ਹੁਣ ਸਭ ਨੂੰ ਰਾਹੇ ਪਾਵਾਂਗੇ, ਆਏ ਸਾਂ ਕੱਲੇ ਕਾਨੂੰਨਾਂ ਲਈ ਹੁਣ ਤਖਤ ਹਿਲਾ ਕੇ ਜਾਵਾਂਗੇ। ਮੈਂ ਤੁਹਾਨੂੰ ਸਹੀ ਦੱਸਾਂ, ਮੈਨੂੰ ਲੱਗ ਨਹੀਂ ਰਿਹਾ ਵੀ ਇਹ ਤੁਸੀਂ ਲਿਖਿਆ ਹੋਊਗਾ, ਕਿਉਂਕਿ ਤੁਹਾਡੀਆਂ ਲਿਖਤਾਂ ਮੈਂ ਅਕਸਰ ਪੜ੍ਹਦਾ ਰਹਿਣਾਗਾ ਤਾਂ ਇਹੋ ਜਿਹੀਆਂ ਹੁੰਦੀਆਂ ਨਹੀਂ। ਇਹ ਕਿੱਥੋਂ? ਅੱਛਾ, ਇਹ ਮੇਰੇ ਤੇ ਕਾਪੀਰਾਈਟ ਦਾ ਮਸਲਾ ਆ ਰਿਹਾ। ਨਹੀਂ, ਮੈਂ ਪਤਾ ਨਹੀਂ, ਮੈਨੂੰ ਨਹੀਂ ਸਮਝ ਆਉਂਦੀ ਕਿ ਤੁਹਾਡੇ ਅੰਦਰ ਦੋਨੋਂ ਚੀਜ਼ਾਂ ਚੱਲਦੀਆਂ ਰਤਨ। ਮੁਹੱਬਤ ਤਾਂ ਇੱਕ ਐਟਰਨਲ ਉਹ ਹੋਇਆ, ਉਹ ਰਹਿਣੀ ਹੀ ਰਹਿਣੀ ਆ ਹਮੇਸ਼ਾ, ਇੱਕੋ ਚੀਜ਼ ਹੈ ਜਿਹਨੇ ਕਦੀ ਨਹੀਂ ਮਰਨਾ, ਉਹ ਮੁਹੱਬਤ ਹੈ ਨਾ। ਪਰ ਮੁਹੱਬਤ ਦੇ ਵਿੱਚ ਹੀ ਬਗਾਵਤ ਹੁੰਦੀ ਹੈ। ਇਹ ਤੁਹਾਡੀ ਆਪਣੇ ਆਪ ਨਾਲ ਬਗਾਵਤ ਹੁੰਦੀ ਹੈ ਕਿ ਤੁਸੀਂ ਕਿਸੇ ਦੇ ਹੋ ਜਾਂਦੇ ਹੋ। ਤੁਹਾਨੂੰ ਸਭ ਤੋਂ ਵੱਧ ਦੁਨੀਆ 'ਚ ਸਭ ਤੋਂ ਸੋਹਣਾ ਚੰਗਾ ਕੀ ਲੱਗਦਾ? ਆਪਣਾ ਆਪ ਨਾ। ਮੈਨੂੰ ਮੇਰੇ ਤੋਂ ਵੱਧ ਕੌਣ? ਅਸੀਂ ਕਿਸੇ ਦੀ ਤਾਰੀਫ ਕਰਨ ਲੱਗਿਆ ਝਿਜਕਦੇ ਹਾਂ, ਅਸੀਂ ਆਪਣੇ ਆਪ ਨੂੰ ਕਿੰਨਾ ਨਿਹਾਰਦੇ ਹਾਂ। ਆਪਣੇ ਆਪ ਨਾਲ ਬਗਾਵਤ ਹੁੰਦੀ ਹੈ ਕਿ ਤੁਹਾਨੂੰ ਕਿਸੇ ਨਾਲ ਮੁਹੱਬਤ ਹੋ ਜਾਂਦੀ ਹੈ, ਹੈਨਾ। ਮੈਨੂੰ ਕਹਿੰਦੇ ਆ ਕਿ ਇਹ ਮੁਹੱਬਤ ਵਰਗੀ, ਪਰ ਮੇਰੇ ਅੰਦਰ ਬਗਾਵਤ ਦੀਆਂ ਸੁਰਾਂ ਬਰਾਬਰ, ਹੈਨਾ। ਫਿਰ ਉਹੀ ਜਸਵੰਤ ਸਿੰਘ ਕੰਵਲ ਜੇ ਇੱਕ ਪਾਸੇ ਉਹ ਮਿੱਤਰ ਪਿਆਰੇ ਨੂੰ ਲਿਖਦੇ ਨੇ ਤਾਂ ਦੂਜੇ ਪਾਸੇ ਉਹ ਰਾਤ ਬਾਕੀ ਹੈ ਲਿਖਦੇ ਨੇ। ਹੋਰ ਵੀ ਸਾਰੇ ਜਦੋਂ ਲਿਖਦੇ ਨੇ ਇਸ ਤਰ੍ਹਾਂ ਦੀਆਂ ਰਚਨਾਵਾਂ, ਤਾਂ ਉਹ ਜੇ ਤੁਹਾਨੂੰ ਕਿਸੇ ਪਾਸੇ ਬਲੀ ਹੋਈ ਅੱਗ ਦੀ ਚਿਣਗ ਨਹੀਂ ਲੱਗੀ, ਤੁਹਾਨੂੰ ਇਹ ਨਹੀਂ ਲੱਗਿਆ ਕਿ ਉਹ ਅਸਰ ਮੇਰੇ ਤੇ ਵੀ ਆਊਗਾ, ਤਾਂ ਫਿਰ ਤੁਹਾਡੇ ਅੰਦਰੋਂ ਆਪਣੇ ਆਪ ਵਹਿੰਦੀਆਂ ਨੇ ਉਹ ਚੀਜ਼ਾਂ, ਹੈਨਾ। ਮੈਂ ਕਾਫੀ ਜੋ ਲਗਾਤਾਰ ਲਿਖਦੀ ਰਹੀ ਧਰਨਿਆਂ ਦੇ ਨਾਲ ਸੰਬੰਧਿਤ, ਈਵਨ ਕਿ ਗੀਤ ਜਿਹੜੇ ਆਏ ਆ, ਲਾਭ ਹੀਰੇ ਦਾ ਜਾਗ ਕਿਸਾਨਾਂ ਸੀ, ਹੈਨਾ, ਉਹ ਵੀ ਇਸੇ ਸੁਰ ਦਾ, ਜਾਂ ਹੋਰ ਕਾਫੀ ਗੀਤ ਲਿਖੇ ਹੋਏ ਸੀ। ਜਾਗੋ ਇੱਕ ਪੂਰੀ ਲਿਖੀ ਹੋਈ ਸੀ ਕਿਸਾਨਾਂ ਦੀ। ਇੱਕ ਲੇਟੈਸਟ ਗੀਤ ਉਹ ਦੇਖਦੇ ਆ ਕਿ ਜਲਦੀ ਆਏਗਾ, ਜਿਹੜਾ ਕੁੜੀ ਦੀ ਨਜ਼ਰ ਤੋਂ ਲਿਖਿਆ ਹੋਇਆ, ਤੂੰ ਚੱਲ ਬਾਪੂ ਸਾਂਭ ਮੋਰਚਾ ਮੈਂ ਆਪੇ ਸਾਂਭੂ ਖੇਤ ਵੇ, ਤੇ ਉਹ ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਨੇ, ਹੈਨਾ। ਤੁਸੀਂ ਇੱਕ ਉਹਦੇ 'ਚ ਵੱਜ ਨਹੀਂ ਸਕਦੇ ਤੇ ਬੰਨਣਾ ਵੀ ਨਹੀਂ ਚਾਹੀਦਾ। ਮੈਂ ਅੱਜ ਇੱਥੋਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ, ਉਹ ਸ਼ਾਇਦ ਆਪਣੇ ਵਿਸ਼ੇ ਤੋਂ ਪਾਸੇ ਹੈ। ਜਿਸ ਤਰ੍ਹਾਂ ਮੈਂ ਕੁਛ ਮਿਸਿਸ ਪੰਜਾਬਣ ਰਹੀ ਹਾਂ, ਤੁਹਾਡਾ ਇੱਕ ਆਪਣਾ ਉਹ ਵੀ ਚਾਅ ਹੁੰਦਾ, ਤੁਹਾਡੀ ਉਮਰ ਦਾ ਲਿਹਾਜ਼ ਕਹੋ ਜਾਂ ਕਿਸ ਤਰ੍ਹਾਂ, ਤੁਸੀਂ ਇੱਕ ਕਵੀ ਨੂੰ ਕੀ ਸੋਚਦੇ ਹੋ ਵੀ ਉਹ ਬੜਾ ਉਦਾਸੀਨ, ਉਹ ਖੁੱਲ ਕੇ ਹੱਸੂ ਵੀ ਨਹੀਂ, ਉਹ ਕਿਸੇ ਗੱਲ ਤੇ ਠਹਾਕਾ ਤੇ ਮਾਰੂ ਹੀ ਨਹੀਂ, ਉਹ ਹੌਲੇ ਹੌਲੇ ਤੁਰੂ, ਉਹ ਡੂੰਘੇ ਡੂੰਘੇ ਵਾਦ ਇਹ ਉਹ ਸ਼ਬਦ ਵਰਤੂ, ਤੁਸੀਂ ਉਹ ਕਵੀ ਕਿਉਂ ਸੋਚਦੇ ਹੋ? ਜੀ ਬਿਲਕੁਲ ਬਿਲਕੁਲ। ਕਵੀ ਦੇ ਆਪਣੇ ਅੰਦਰ ਇੱਕ ਬੱਚਾ ਜਿਉਂਦਾ, ਆਪਣੇ ਅੰਦਰ ਇੱਕ ਔਰਤ ਹੈ, ਇੱਕ ਮਰਦ ਹੈ, ਉਹਦੇ ਹਰ ਰੰਗ ਨੇ, ਹਨਾ, ਉਹਨਾਂ ਨੇ ਬਾਹਰ ਆਉਣਾ। ਮੈਨੂੰ ਕਈ ਵਾਰ ਆਖਦੇ ਹੁੰਦੇ ਕਿ ਤੁਸੀਂ ਤਾਂ ਜੀ ਬਸ ਮਾਡਲਿੰਗ 'ਚ ਚੱਲ ਜਾਓ, ਸਭ ਕੁਝ ਛੱਡ ਦਿਓ। ਮੈਨੂੰ ਇਹ ਲੱਗਦਾ ਵੀ ਸਭ ਕੁਝ ਛੱਡ ਕੇ ਕਿਉਂ, ਮੈਂ ਸਭ ਕੁਝ ਦੇ ਨਾਲੋਂ ਨਾਲ ਕਿਉਂ ਨਹੀਂ? ਬਿਲਕੁਲ ਸਹੀ ਗੱਲ। ਮੈਂ ਕਈ ਵਾਰ, ਕਿਉਂਕਿ ਮੈਂ ਗਿੱਧਾ ਭੰਗੜਾ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਰਿਹਾ ਸ਼ੁਰੂ ਤੋਂ, ਹਨਾ, ਇਹਨਾਂ ਚੀਜ਼ਾਂ ਦਾ, ਤੇ ਰੰਗਾਂ ਦੇ ਨਾਲ ਮੈਨੂੰ ਮੁਹੱਬਤ ਹੈ ਬਹੁਤ ਜ਼ਿਆਦਾ। ਤੇ ਮੈਨੂੰ ਕਿਸੇ ਨੇ, ਮੈਂ ਕਦੀ ਪੋਸਟ ਪਾਉਣ ਲੱਗੀ, ਮੈਨੂੰ ਉਹਨਾਂ ਨੇ ਆਖਿਆ ਕਿ ਫੇਸਬੁੱਕ ਤੇ ਨਾ ਆਪਣੇ ਗਿੱਧੇ ਵਾਲੀ ਪਾਇਓ, ਤੁਹਾਡੀ ਇੱਕ ਇਮੇਜ ਬਣੀ ਹੋਈ ਆ ਕਵਿਤਰੀ ਦੀ, ਉਹ ਟੁੱਟ ਜੂਗੀ। ਮੈਂ ਬੜੀ ਉਲਝੀ ਉਸ ਚੀਜ਼ 'ਚ, ਹਾਲਾਂਕਿ ਮੈਂ ਪਾਈ ਨਹੀਂ, ਮੈਂ ਵੀ ਉਲਝੀ ਉਸ ਚੀਜ਼ 'ਚ ਵੀ ਸੱਚੀ ਮੁੱਚੀ ਫਿਰ ਇਹ ਇਮੇਜ ਕੀ ਨਹੀਂ ਤਿਆਰ ਕੀਤੀ। ਜੇ ਮੈਂ ਇੱਕ ਇਮੇਜ ਤਿਆਰ ਕਰਤੀ ਤਾਂ ਮਤਲਬ ਮੈਂ ਉਹ ਤਿਆਰ ਕੀਤੀ ਆ। ਮੰਨਣ ਤੇ ਹੋਣ 'ਚ ਬਹੁਤ ਫਰਕ ਹੁੰਦਾ ਹੈ, ਹੈਨਾ। ਮੈਂ ਉਹਨੂੰ ਤੁਹਾਨੂੰ ਦਿੱਤਾ ਨਹੀਂ ਕਿ ਮੈਂ ਆਇਆ। ਹਾਲਾਂਕਿ ਜੇ ਤੁਹਾਡੇ ਘਰੇ ਜਾਵਾਂਗੇ ਤਾਂ ਐਂ ਲੱਗਦਾ ਵੀ ਕਿਸੇ ਇੰਟੀਰੀਅਰ ਡਿਜ਼ਾਈਨਰ ਦਾ ਘਰ ਆ। ਉਹੀ ਰੰਗ ਹੈ ਨਾ, ਰੰਗ ਨੇ ਹਰ ਚੀਜ਼ ਦਾ, ਮੈਨੂੰ ਰੰਗ ਅਟਰੈਕਟ ਕਰਦੇ ਆ। ਮੇਰੇ ਆਪਣੇ ਘਰ ਦੇ ਵਿੱਚ ਮੇਰੇ ਹਸਬੈਂਡ ਪਹਿਲਾਂ ਬਹੁਤ ਫਿੱਕੇ ਰੰਗ ਪਾਉਂਦੇ ਸੀ, ਮੈਂ ਹੁਣ ਉਹਨਾਂ ਨੂੰ ਪੱਗਾਂ ਬੰਨਣ ਲਾਇਆ, ਹਰ ਤਰ੍ਹਾਂ ਦੇ ਰੰਗ ਲਿਆ ਕੇ ਦਿੱਤੇ ਨੇ ਮੈਨੂੰ। ਮੇਰੇ ਬੇਟੇ ਦੇ ਵੀ ਉਹ ਚਾਰਮਿੰਗ ਰੰਗ ਪਾਵੇ। ਜੇ ਅਸੀਂ ਭਗਵਾਂ ਕਹੀਏ, ਸਾਡਾ ਸੰਨਿਆਸੀ ਰੰਗ ਭਗਵਾਂ, ਉਹ ਵੀ ਫਿੱਕਾ ਨਹੀਂ ਹੈ, ਉਹ 'ਚ ਵੀ ਸੰਦੂਰੀ ਰੰਗ ਸ਼ਾਮਲ ਹੈ, ਉਹ ਵੀ ਬੜਾ ਸੋਹਣਾ ਰੰਗ ਹੈ, ਹਨਾ। ਵੀ ਸਾਡੇ ਇਹ ਚੀਜ਼ਾਂ, ਨੀਲਾ ਬਾਣਾ ਹੈ, ਕੋਈ ਵੀ ਰੰਗ ਦੀ ਤੁਸੀਂ ਗੱਲ ਕਰੋ, ਅਸੀਂ ਕਿਉਂ ਉਹਦੇ 'ਚ ਸਿਆਸਤ ਲੈ ਕੇ ਆਉਂਦੇ ਹਾਂ? ਸ਼ਬਾਨਾ ਆਜ਼ਮੀ ਵਰਗੇ ਉਹ ਲਿਖਦੀਆਂ ਸੀ, ਸਾਹਿਰ ਲੁਧਿਆਣਵੀ ਫਿਲਮਾਂ ਦੇ ਵਿੱਚ ਵੀ ਲਿਖਦੇ ਸੀ, ਗੀਤ ਵੀ ਉਦਾਂ ਦੇ ਲਿਖਦੇ ਸੀ। ਅਸੀਂ ਕਿਸੇ ਨੂੰ ਕਿਸੇ ਚੀਜ਼ 'ਚ ਬੰਨ੍ਹਦੇ ਕਿਉਂ ਆ? ਸੇਮ ਅਸੀਂ ਸੰਘਰਸ਼ ਦੇ ਵਿੱਚ ਆਗੂਆਂ ਨੂੰ ਇੱਕ ਉਹਦੇ 'ਚ ਬੰਨ੍ਹਦੇ ਕਿਉਂ ਆ? ਹਨਾ, ਵੀ ਇਹ ਚੀਜ਼ਾਂ ਤੁਸੀਂ ਆਪ ਜਿਹੜਾ ਸਾਹਮਣੇ ਵਾਲਾ ਬੰਦਾ ਕ੍ਰੀਏਟ ਕਰ ਲੈਂਦਾ। ਜਿੱਦਾਂ ਆਪਾਂ ਨੁਸਰਤ ਫਤਿਹ ਅਲੀ ਖਾਨ ਦੀ ਗੱਲ ਕਰਦੇ, ਉਹਨਾਂ ਨੇ ਹਰ ਰੰਗ ਗਾਇਆ, ਹਰ ਰੰਗ ਗਾਇਆ, ਹਨਾ। ਤੁਸੀਂ ਉਹਨੂੰ ਉਸ ਚੀਜ਼ 'ਚ ਬੰਨੋ ਨਾ। ਮੈਨੂੰ ਇਹ ਚੀਜ਼ ਉਹ ਲੱਗਦੀ ਹੁੰਦੀ ਹੈ, ਕਈ ਵਾਰ ਮੈਨੂੰ ਕਹਿਣਗੇ ਵੀ ਜੇ ਤੁਸੀਂ ਆਪਣੀਆਂ ਮੇਕਅਪ ਵਾਲੀਆਂ ਜਾਂ ਤੁਸੀਂ ਕਿਸੇ ਗਲੈਮਰ ਉਹਦੇ 'ਚ ਗਏ ਹੋ, ਜਜਮੈਂਟ ਤੇ ਗਏ ਹੋ, ਫੋਟੋ ਪਾਉਂਦੇ ਹੋ, ਤਾਂ ਲੋਕ ਤੁਹਾਨੂੰ ਕਵਿਤਰੀ ਨਹੀਂ ਮੰਨਣਗੇ। ਫਿਰ ਮੈਂ ਕਿਹਾ ਵੀ ਫਿਰ ਜੇ ਨਹੀਂ ਮੰਨਣਗੇ ਤਾਂ ਇਹਦਾ ਮਤਲਬ ਮੈਂ ਨਹੀਂ ਹੋਊਂਗੀ। ਜੇ ਨਹੀਂ ਮੰਨਣਗੇ, ਜੇ ਤਾਂ ਮੇਰੇ ਸ਼ਬਦਾਂ 'ਚ ਹੋਈ ਜਾਣ, ਕਿਸੇ ਦੇ ਵੀ, ਨਾਟ ਮੇਰੇ ਕਹਿਣਾ ਇੱਕ ਆਪਣੀ ਈਗੋ ਵਾਲੀ ਗੱਲ ਹੈ, ਕਿਸੇ ਦੇ ਵਿੱਚ ਵੀ ਉਹ ਗੱਲ ਹੋਈ ਤਾਂ ਉਧਰ ਨੂੰ ਖਿੱਚ ਕੇ ਲੈ ਜਾਊਗਾ, ਹਨਾ। ਇੱਕ ਉਮਰ ਦਾ ਤਕਾਜ਼ਾ ਹੈ ਵੀ ਉਹ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ।
ਤੁਸੀਂ ਕਿਸ ਚੀਜ਼ ਨੂੰ ਖਤਮ ਕਰ ਦਵੋਗੇ? ਨਹੀਂ ਹੋ ਸਕਦੀ ਇਹ ਤਾਂ। ਮੈਂ ਥੀਏਟਰ ਵੀ ਨਹੀਂ ਖਤਮ ਕਰਨਾ ਚਾਹੁੰਦੀ ਆਪਣੇ ਅੰਦਰੋਂ। ਉਹ ਮੇਰੇ ਅੰਦਰ ਇੱਕ ਬੱਚਾ ਜਿਹਨੇ ਚੀਕ ਮਾਰਨੀ ਆ, ਜਿਹਨੇ ਤਿਤਲੀਆਂ ਵਾਂਗੂ ਜਾਣਾ ਹੀ ਜਾਣਾ। ਉਹ ਕਵਿਤਾ ਵਾਲੇ ਪਾਸੇ ਵੀ ਉਵੇਂ ਹੀ ਕਰਦਾ। ਅੱਜ ਉਹ ਉਦਾਸ ਹੁੰਦਾ, ਕੱਲ ਨੂੰ ਉਹ ਮੁਹੱਬਤ ਦੀ ਕਵਿਤਾ ਲਿਖ ਦਿੰਦਾ। ਅੱਜ ਉਹ ਬਗਾਵਤ ਰੁੱਖ ਹੁੰਦਾ, ਕੱਲ ਨੂੰ ਉਹਨੂੰ ਕਿਸੇ ਤੇ ਮੋਹ ਵੀ ਆ ਜਾਂਦਾ। ਮੈਨੂੰ ਤੇ ਮੋਦੀ ਤੇ ਵੀ ਮੋਹ ਆਉਂਦਾ ਵੀ ਕਿੱਡਾ ਵਧੀਆ ਬੰਦਾ ਜਿਹਨੇ ਸਾਰੇ ਇਕੱਠੇ ਕਰਤੇ। ਆਪਾਂ ਤਾਂ ਬਿਖਰ ਗਏ ਸੀ, ਆਪਾਂ ਤਾਂ ਖਤਮ ਹੋ ਗਏ ਸੀ। ਜਿਹੜੀ ਇਹ ਤੁਸੀਂ ਬਗਾਵਤੀ ਕਵਿਤਾ ਲਿਖੀ ਹੈ, ਇਹ ਤੋਂ ਬਾਅਦ ਕਿਸੇ ਦਾ ਫੋਨ ਕਾਲ ਆਇਆ ਹੋਵੇ ਜਾਂ ਜਿਵੇਂ ਤੁਸੀਂ ਆਈਟੀ ਸੈੱਲ ਦੀ ਗੱਲ ਕਰਦੇ ਹੋ, ਉਹਨਾਂ ਦਾ ਹਮਲਾ ਹੋਇਆ ਹੋਵੇ ਤੁਹਾਡੀ ਆਈਡੀ ਦੇ ਉੱਤੇ, ਇਦਾਂ ਦਾ ਕੁਝ ਹੋਇਆ? ਮੈਸੇਂਜਰ ਦੇ ਵਿੱਚ ਆਉਂਦੇ ਹੁੰਦੇ ਨੇ ਜ਼ਿਆਦਾਤਰ, ਹਨਾ, ਐਦਾਂ ਦੇ ਕੁਝ। ਪਰ ਕਿਉਂਕਿ ਵੈਸੇ ਕਦੇ ਪੁੱਛਿਆ ਉਹਨਾਂ ਨੂੰ ਵੀ ਕਿੱਥੇ ਰਹਿੰਦੇ ਹੋ? ਹਾਂਜੀ, ਇਹ ਚੀਜ਼ਾਂ ਚੱਲਦੀਆਂ ਰਹੀਆਂ ਵੀ ਇੱਥੋਂ ਤੱਕ ਵੀ ਇਹ ਹੋ ਜਾਂਦਾ ਵੀ ਤੁਸੀਂ ਕਵਿਤਰੀ ਰਹੋ ਵੀ, ਹਨਾ, ਇੱਥੋਂ ਤੱਕ ਜੇ ਵੀ ਤੁਸੀਂ ਥੋੜਾ, ਜਾਂ ਕਈ ਜਾਣੇ ਇਸ ਚੀਜ਼ ਨੂੰ ਪਹਿਲਾਂ ਦੂਸਰੇ ਪੱਖ ਤੋਂ ਲੈਂਦੇ ਹੁੰਦੇ ਆ ਵੀ ਜੀ ਤੁਹਾਨੂੰ ਪਤਾ ਨਹੀਂ ਜ਼ਮਾਨਾ ਕਿੱਦਾਂ ਦਾ, ਕੁੜੀਆਂ ਦਾ ਤਾਂ ਉਂਝ ਹੀ ਐ, ਤੁਸੀਂ ਨਹੀਂ ਏਦਾਂ ਉਹ ਕਰੀਦਾ, ਹਨਾ। ਪਰ ਫਿਰ ਮੈਨੂੰ ਲੱਗਦਾ ਹੁੰਦਾ ਵੀ ਚਲੋ ਉਹਦਾ ਵੀ ਆਪਣਾ ਹੀ ਸਵਾਦ ਹੋਊਗਾ, ਜੇ ਕੁਛ ਦੇਖਦੇ ਆ ਵੀ ਕਿੱਦਾਂ ਕੀ ਹੋਣਾ। ਮੈਂ ਲੇਟੈਸਟ ਮੇਰੇ ਸਿਸਟਰ ਨੇ ਕਿਤਾਬ ਲਿਖੀ, ਉਹਨਾਂ ਦੀ ਕਿਤਾਬ ਹੈ ਗੁਲਾਬੀ ਖੱਤ। ਉਹਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਲਿਖੀ, ਲੀਲਾ ਕ੍ਰਿਸ਼ਨਾ ਜਿਹਦੇ ਵਿੱਚ ਕੁੜੀ ਦਾ ਨਾਮ ਕ੍ਰਿਸ਼ਨਾ ਹੈ। ਉਹ ਕਹਾਣੀ ਦੀ ਪਹਿਲੀ ਲਾਈਨ ਹੈ ਕਿ ਜਵਾਨੀ ਕ੍ਰਿਸ਼ਨਾ ਨੂੰ ਚੜੀ ਸੀ। ਜਦੋਂ ਕਿਤਾਬ ਉਹਨਾਂ ਦੀ ਹਲੇ ਅਸੀਂ ਰਿਲੀਜ਼ ਵੀ ਨਹੀਂ ਸੀ ਕੀਤੀ, ਕੁਝ ਆਪਣੇ ਸਰਕਲ ਦੇ ਵਿੱਚ ਕੁਝ ਜਾਣਿਆਂ ਨੇ ਪੜ੍ਹੀ, ਕੋਈ ਆਪਣਾ ਹੀ ਬੰਦਾ ਬੜਾ ਖਾਸ ਉਹਨੇ ਅੱਗੇ ਪਹੁੰਚਾਤੀ ਜੀ। ਬਜਰੰਗ ਦਲ ਵਾਲਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਸਾਡੇ ਕ੍ਰਿਸ਼ਨ ਜੀ ਬਾਰੇ ਲਿਖਿਆ। ਕਹਿੰਦੇ ਅਸੀਂ ਤੁਹਾਡੇ ਤੇ ਜਿਹੜੇ ਸੰਮਨ ਜਾਰੀ ਕਰਨ ਲੱਗੇ ਆ, ਅਸੀਂ ਅਪੀਲ ਉਹ ਕਰਨ ਲੱਗੇ ਆ, ਜਾਂ ਤੁਸੀਂ ਮਾਫੀ ਮੰਗੋ ਇਸ ਚੀਜ਼ ਦੀ ਸਾਡੇ ਤੋਂ। ਤੁਸੀਂ ਕ੍ਰਿਸ਼ਨ ਜੀ ਵੀ ਜਵਾਨੀ ਤਾਂ ਕ੍ਰਿਸ਼ਨ ਤੇ ਚੜੀ ਸੀ। ਚਲੋ ਸਿਸਟਰ ਮੇਰੇ ਕੋਲੇ ਆਏ ਕਿ ਇਦਾਂ ਅਸੀਂ ਕੁਝ ਜਾਣਿਆਂ ਨਾਲ ਗੱਲ ਕੀਤੀ। ਅਸੀਂ ਕਿਹਾ, ਪਹਿਲਾਂ ਉਹਨੂੰ ਪੁੱਛਿਆ ਬੰਦੇ ਨੂੰ, ਕਹਿੰਦੇ ਜੀ ਅਸੀਂ ਸੰਮਨ ਜਾਰੀ ਕਰਨ ਲੱਗੇ। ਮੈਂ ਕਿਹਾ ਚਲੋ ਕਰ ਦਿਓ, ਖੜੋ ਪਹਿਲਾਂ ਤੁਸੀਂ ਕਹਾਣੀ ਪੜ੍ਹ ਲਈ? ਨਹੀਂ, ਮੇਰੇ ਕੋਲ ਇੱਕ ਪੈਰਾ ਆਇਆ। ਮੈਂ ਕਿਹਾ ਵੀ ਇਹ ਵੀ ਤਾਂ ਪੜ੍ਹੇ ਲਿਖੇ ਹੋ? ਮੈਂ ਕਿਹਾ ਤੁਸੀਂ? ਹਾਂਜੀ, ਮੈਂ ਬੀਟੈਕ ਕੀਤੀ ਹੋਈ। ਮੈਂ ਕਿਹਾ ਜੇ ਤੁਸੀਂ ਬੀਟੈਕ ਕੀਤੀ ਹੋਈ ਹੈ, ਪਹਿਲਾਂ ਮੈਂ ਤੁਹਾਡੇ ਪੜ੍ਹਾਉਣ ਵਾਲਿਆਂ ਤੇ ਲਾਹਨਤ ਪਾਉਣੀ ਆ ਜਿਹਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ। ਬੰਦਾ ਫੋਰਨ ਤੋਂ ਸੀ, ਬਾਹਰਲੇ ਦੇਸ਼ੋਂ। ਮੈਂ ਕਿਹਾ ਫਿਰ ਦੂਸਰੀ ਗੱਲ, ਫਿਰ ਤੁਸੀਂ ਜੇ ਕਹਾਣੀ ਨੂੰ ਪੜ੍ਹਦੇ ਤਾਂ ਤੁਹਾਨੂੰ ਪਤਾ ਲੱਗਦਾ ਕ੍ਰਿਸ਼ਨਾ ਕੁੜੀ ਹੈ, ਹਨਾ। ਫਿਰ ਤੀਸਰੀ ਗੱਲ ਕਿ ਬਾਕੀ ਕਿਤਾਬ ਦੀਆਂ ਕਹਾਣੀਆਂ ਪੜ੍ਹੋ ਜਿਹੜੀਆਂ ਸਾਰੇ ਧਰਮਾਂ ਦੇ ਬਾਰੇ ਨੇ, ਹਨਾ। ਉਹਦੇ 'ਚ ਕਈ ਜਿਹੜੇ ਸਿੰਘ ਨਾਮ ਵਾਲੇ ਵੀ ਹੋਣਗੇ ਜਿਨ੍ਹਾਂ ਦੇ ਕਰੈਕਟਰ ਦੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਉੱਥੇ ਜਦੋਂ ਹੈ ਹੀ। ਚੌਥੀ ਗੱਲ ਕਿ ਇਹ ਕਹਾਣੀ ਰੀਅਲ ਹੈ, ਹਨਾ। ਪੰਜਵੀਂ ਗੱਲ ਕਿ ਉਹ ਆਲਰੇਡੀ ਇਸ ਚੀਜ਼ ਨੂੰ ਕਰਦੇ ਨੇ ਕਿ ਵੀ ਹਾਂ ਜੇ ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਤਾਂ ਆਪਾਂ ਉਸ ਚੀਜ਼ ਦੀ ਮਾਫੀ ਮੰਗਦੇ ਹਾਂ। ਸਾਹਿਤ ਸਭ ਦੇ ਹਿੱਤ 'ਚ ਹੁੰਦਾ, ਜੋੜਨ ਵਾਲਾ ਹੁੰਦਾ, ਤੋੜਨ ਵਾਲਾ ਨਹੀਂ ਹੈ। ਵੀ ਫਿਰ ਵੀ ਜੀ ਉਹਨਾਂ ਨੇ ਸਿਸਟਰ ਨੂੰ ਕਾਲਸ, ਮੈਨੂੰ ਕਾਲਸ, ਵੀ ਇਹ 2-3 ਦਿਨਾਂ 'ਚ ਜਿਹੜਾ ਉਹਨਾਂ ਨੇ ਭੈ ਕ੍ਰੀਏਟ ਕੀਤਾ, ਅਸੀਂ ਘਰੇ ਆਵਾਂਗੇ, ਅਸੀਂ ਕਿਤਾਬਾਂ ਨੂੰ ਅੱਗ ਲਾਵਾਂਗੇ। ਫਿਰ ਥੋੜ੍ਹਾ ਜਿਹਾ ਮੈਂ ਵੀ ਉਸੇ ਸੁਰ 'ਚ ਹੋਈ ਵੀ ਆ ਜਾਓ ਜੀ, ਵੀ ਪਹਿਲਾਂ ਕਿਤਾਬਾਂ ਵੰਡਾਂਗੇ, ਕੋਲੇ ਬਹਿ ਕੇ ਕਹਾਣੀ ਪੜ੍ਹਿਓ, ਜੇ ਕਹਾਣੀ 'ਚ ਪ੍ਰੋਬਲਮ ਹੋਈ ਡਿਸਕਸ ਕਰਿਓ, ਫਿਰ ਅੱਗ ਲਾਇਓ। ਨਹੀਂ ਤਾਂ ਫਿਰ ਸਾਡਾ ਅਧਿਕਾਰ ਹੋਊਗਾ ਜਿੰਨਾ ਤੁਸੀਂ ਸਾਨੂੰ ਪਰੇਸ਼ਾਨ ਕੀਤਾ, ਹਨਾ। ਦੀਦੀਆਂ 2 ਬੇਟੀਆਂ ਨੇ, ਉਹਨਾਂ ਦੇ ਬਾਰੇ ਵੀ ਬੋਲੇ, ਸਿਸਟਰ ਨੂੰ ਵੀ ਅਸੀਂ ਤੁਹਾਨੂੰ ਤਪੇ ਸਕੂਲ 'ਚ ਘੇਰਾਂਗੇ, ਇੱਦਾਂ ਦੀਆਂ ਚੀਜ਼ਾਂ। ਫਿਰ ਮੈਂ ਉਹਨਾਂ ਨੂੰ ਹੱਸਣ ਲੱਗ ਗਈ, ਮੈਂ ਜਿਨ੍ਹਾਂ ਨੇ ਇਹ ਚੀਜ਼ ਕੀਤੀ ਸੀ। ਮੈਂ ਕਿਹਾ ਮੇਰੇ ਪਾਪਾ ਜੀ ਰਾਗੀ ਸਿੰਘ ਨੇ, 32 ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ। ਉਹ ਅਗਰ ਡੇਰੇ ਤੇ ਜਾਣ ਤਾਂ ਭਜਨ ਵੀ ਗਾ ਕੇ ਆਉਂਦੇ ਨੇ। ਇੰਨਾ ਉਹਨਾਂ ਨੇ ਕਿੰਨੇ ਹੀ ਭਜਨ ਲਿਖੇ ਹੋਏ ਨੇ ਜਿਹੜੇ ਅਲੱਗ-ਅਲੱਗ ਲੋਕਾਂ ਨੇ ਗਾਏ ਨੇ, ਹਨਾ। ਸਾਡੇ ਘਰ ਦੇ ਨਾਲ ਡੇਰੇ ਦੀ ਕੰਧ ਸਾਂਝੀ ਸੀ ਤੇ ਸਾਡਾ ਉਹਨਾਂ ਨਾਲ ਸਾਂਝਦਾਰੀ ਬਹੁਤ ਜ਼ਿਆਦਾ, ਵੀ ਤੁਸੀਂ ਕਿੱਥੋਂ ਕਿਹੜੇ ਧਰਮ ਦੀ ਗੱਲ ਕਰਦੇ ਹੋ, ਕਿਸ ਚੀਜ਼ ਦੀ। ਯਾਨੀ ਕਿ ਇਹ ਚੀਜ਼ਾਂ ਤੁਹਾਡੇ ਕੋਲ ਬਹੁਤ ਆਉਂਦੀਆਂ ਨੇ, ਪਰ ਫਿਰ ਉਹੀ ਵੀ ਜੇ ਤਾਂ ਤੁਹਾਡੇ ਅੰਦਰੋਂ ਵਹਾ ਨਿਕਲਦਾ ਰੋਕ ਨਹੀਂ ਸਕਦੇ। ਜਿਹਨੇ ਰੁਕਣਾ ਹੁੰਦਾ ਫਿਰ ਪਹਿਲਾਂ ਹੀ ਰੁਕ ਜਾਂਦਾ। ਹੁਣ ਵੀ ਹੋ ਸਕਦਾ ਕਾਫੀ ਫੋਨ ਕਾਲਸ ਜਾਂ ਮੈਸੇਜ ਆਉਣਾ ਇੰਟਰਵਿਊ ਤੋਂ ਬਾਅਦ। ਧੰਨਵਾਦ, ਬਿਸਮਿਲ੍ਲਾ ਹਰ ਚੀਜ਼ ਦਾ, ਹਨਾ। ਨਿਮਰਤ ਖਹਿਰਾ ਜੀ ਵਾਲੀ ਜਿਹੜੀ ਪਿਛਲੀ ਸੀ, ਉੱਤੇ ਕਮੈਂਟਸ ਦੇ ਵਿੱਚ ਮੈਂ ਦੇਖਿਆ, ਉੱਥੇ ਉਹਨਾਂ ਨੂੰ ਇੱਕ ਗਲਤੀ ਲੱਗੀ। ਮੈਂ ਜਦੋਂ ਕਿਹਾ ਸੀ ਕਿ ਮੈਂ ਸਿੱਖ ਧਰਮ ਦੀ ਗੱਲ ਕਰਦੀ ਹਾਂ, ਵੀ ਗੱਲ ਬਹੁਤ ਛੋਟੀ ਜੀ ਹੈ, ਉਹ ਗੱਲ ਦੇ ਨਾਲ ਜੁੜਿਆ ਹੋਇਆ ਵਾਕ ਸੀ, ਉਹਨਾਂ ਨੇ ਤੋੜਿਆ ਕਿ ਇਹਨਾਂ ਨੇ ਆਖਿਆ ਸਿੱਖ ਧਰਮ ਬੜੀ ਛੋਟੀ ਜੀ ਗੱਲ ਹੈ। ਮੈਂ ਕਿਹਾ ਵੀ ਨਹੀਂ, ਤੁਸੀਂ ਇੱਕ ਬਿਆਨ ਤੋਂ ਨਹੀਂ ਜੱਜਮੈਂਟ ਕਰੀਦੀ ਹੁੰਦੀ, ਬੰਦੇ ਦੇ ਈਮਾਨ ਤੋਂ ਜੱਜਮੈਂਟ ਕਰੋ, ਬੰਦੇ ਦੀ ਫੇਸਬੁੱਕ ਵਾਲ ਤੋਂ ਨਹੀਂ, ਤੁਸੀਂ ਉਹਦੇ ਆਪਣੇ ਹਾਲ ਤੋਂ ਜੱਜਮੈਂਟ ਕਰੋ, ਹਨਾ। ਵੀ ਬਿਆਨਾਂ 'ਚ ਨਹੀਂ, ਈਮਾਨਾਂ 'ਚ ਹੁੰਦਾ। ਤੁਸੀਂ ਪਹਿਲਾਂ ਉਹਨੂੰ ਨਿਰਖੋ ਪਰਖੋ। ਪਰ ਇਹ ਆਲੋਚਨਾ ਅੱਜ ਕੱਲ੍ਹ ਬੜੀ ਸੌਖੀ ਹੋ ਗਈ ਹੈ। ਆਲੋਚਨਾ ਦਾ ਮਤਲਬ ਇਹ ਹੈ ਕਿ ਠਾਸ ਸੋਟਾ ਮਾਰੋ, ਸਿਰ ਪੰਨੋ ਤੇ ਅੱਗੇ ਲੰਘ ਜਾਓ, ਹਨਾ। ਵੀ ਇਹ ਚੀਜ਼ਾਂ ਮੈਨੂੰ ਵੀ ਆਖਦੇ ਨੇ ਵੀ ਕਿਉਂਕਿ ਕਿਤਾਬ ਕੋਈ ਨਹੀਂ ਆਈ ਹੋਈ। ਮੈਨੂੰ ਜਦੋਂ ਦੂਸਰਾ ਦੱਸਦਾ ਵੀ ਤੁਹਾਡੇ ਬਾਰੇ ਆਖਦੇ ਵੀ ਇਹ ਫੇਸਬੁੱਕੀ ਸ਼ਾਇਰਾ, ਬੜਾ ਸੋਹਣਾ ਨਾਮ ਮਿਲਿਆ ਹੋਇਆ, ਫੇਸਬੁੱਕੀ ਸ਼ਾਇਰਾ। ਵੀ ਅੱਛਾ ਜੇ ਕਿਤਾਬ ਨਹੀਂ ਛਪਵਾਈ ਤੇ ਸਾਡਾ ਲਾਲੀ ਬਾਬਾ ਤਾਂ ਵਿਚਾਰਾ ਫੇਸਬੁੱਕੀ ਵਾਰਤਾਕਾਰ ਜਾਂ ਉਹ ਚਲਾ ਗਿਆ
ਗਿਆ ਫਿਰ ਤਾਂ, ਹਨਾ ਉਹਨਾਂ ਦੀ ਕੋਈ ਕਿਤਾਬ ਹੀ ਨਹੀਂ ਉਹਨਾਂ ਨੇ ਕੀਤੀ ਜੀ। ਤਾਂ ਉਮਰ ਲੰਘ ਗਈ ਵੀ ਠੀਕ ਹੈ, ਤੁਹਾਡੀ ਝੋਲੀ ਜੋ ਪੈਂਦਾ ਬਿਸਮਿਲ੍ਲਾ ਹੈ। ਜੀ। ਜੇ ਤੁਸੀਂ ਫਿਰ ਉਹ ਦੂਸਰੇ ਨੂੰ ਦਿਖਾਉਣ ਲਈ ਤੇ ਆਪਾਂ ਨਹੀਂ ਲਿਖ ਰਹੇ, ਨਹੀਂ ਕੁਝ ਕਰ ਰਹੇ, ਜੀ। ਹਨਾ, ਤੁਸੀਂ ਆਪਣੇ ਆਪ ਇੱਕ ਤੁਰਦੇ ਜਾਂਦੇ ਹੋ, ਰਾਹ 'ਚ ਤੁਹਾਡੇ ਕੀ ਪੈਂਦਾ ਜਾਂਦਾ, ਉਹ ਕੰਡੇ ਵੀ ਆ, ਉਹ ਫਲ ਵੀ ਆ, ਉਹ ਤੁਹਾਡੀ ਝੋਲੀ ਦੀ ਨਿਸਬਤ ਹੈ। ਜੀ ਸਿਮਰਨ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਜੀ ਜੀ। ਸੋ ਦੋਸਤੋ, ਇਹ ਸੀ ਸਿਮਰਨ ਅਕਸਰ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ, ਖਾਸ ਕਰਕੇ ਜਿਹੜਾ ਔਰਤਾਂ ਦਾ ਇਸ ਅੰਦੋਲਨ ਦੇ ਵਿੱਚ ਯੋਗਦਾਨ ਰਿਹਾ ਤੇ ਜਿਹੜੀਆਂ ਹੋਰ ਕੁਝ ਰਾਜਨੀਤਿਕ ਗੱਲਾਂ ਸੀ ਤੇ ਕੁਝ ਸੋਸ਼ਲ ਮੀਡੀਆ ਦੀਆਂ ਗੱਲਾਂ ਸੀ, ਜਾਂ ਜੋ ਸੋਸ਼ਲ ਮੀਡੀਆ ਤੇ ਅੱਜ ਕੁਝ ਚੱਲ ਰਿਹਾ ਹੈਗਾ ਅੰਦੋਲਨ ਨੂੰ ਲੈ ਕੇ। ਅੱਗੇ ਫਿਰ ਮਿਲਾਂਗੇ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।